आप लिहो तुम कथा सुधाई। सतनाम श्री वाहिगुरु साहिब जीओ। दोहरा पूरन मागे जग मह सिख मेला दरसाए। दर्शन जिम श्री अमर को पल तैसे नर पाए। वाहिगुरु जी का खालसा वाहिगुरु जी की फतेह। गुरु की साजी नवाजी साध संगत जीओ। संध्या ਦੇ ਦੀਵਾਨਾਂ 'ਚ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਤੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ। ਸਤਿਗੁਰਾਂ ਦੀ ਪਾਵਨ ਲੜੀਵਾਰ ਕਥਾ ਦਾ ਆਨੰਦ ਮਾਣੀਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਆਪਣੇ ਨਾਨਾ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਲਾਨਾ ਜੱਗ ਵਿੱਚ ਗਏ ਹਨ। ਪੂਰਨਮਾਸ਼ੀ ਦਾ ਸਾਲਾਨਾ ਜੱਗ ਹੁੰਦਾ ਹੈ। ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ। ਇਹ ਉਹ ਦਿਹਾੜਾ ਹੈ ਜਿਸ ਦਿਨ ਪੂਰਨਮਾਸ਼ੀ ਨੂੰ ਸੰਨ 1574 ਵਿੱਚ ਸਤਿਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਸੱਚਖੰਡ ਗਮਨ ਕੀਤਾ ਸੀ। ਇਸ ਜੱਗ ਵਿੱਚ ਬੇਅੰਤ ਸੰਗਤਾਂ ਆਪੋ ਆਪਣਾ ਯੋਗਦਾਨ ਪਾਉਂਦੀਆਂ। ਕੋਈ ਰਸਤਾਂ ਬਸਤਾਂ ਲੈ ਕੇ ਆਉਂਦੇ ਹੈ, ਕੋਈ ਸੇਵਾ ਕਰਦੇ ਹੈ, ਕੋਈ ਲੰਗਰ ਵਰਤਾਉਂਦੇ, ਕੋਈ ਛਕਾਉਂਦੇ, ਭਜਨ ਕੀਰਤਨ ਕਥਾ ਦੇ ਪ੍ਰਵਾਹ ਚੱਲਦੇ। ਗੁਰੂ ਅਮਰਦਾਸ ਸਾਹਿਬ ਦੀ ਜੈ ਜੈਕਾਰ ਹੁੰਦੀ ਹੈ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ। ਐਤਕੀ ਬਾਬਾ ਮਹਾਦੇਵ ਜੀ ਕਹਿਣ ਲੱਗੇ ਕਿ ਮੈਂ ਇਸ ਜੱਗ ਵਿੱਚ ਜਾਣਾ ਹੈ। ਸਤਿਗੁਰੂ ਕਹਿੰਦੇ ਭਰਾ ਜੀ ਜੇ ਤੁਸੀਂ ਜਾਣਾ ਅਸੀਂ ਵੀ ਨਾਲ ਜ਼ਰੂਰ ਜਾਵਾਂਗੇ। ਗੁਰੂ ਸਾਹਿਬ ਜੀ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਹੋਰ ਬੇਅੰਤ ਗੁਰੂ ਕੇ ਸਿੱਖ ਗੁਰੂ ਮਹਾਰਾਜ ਦੇ ਪਿਆਰੇ ਉਹ ਵੀ ਗਏ ਹਨ। ਬੜਾ ਭਾਰੀ ਜੋੜ ਮੇਲਾ ਹੋਇਆ। ਸੰਗਤਾਂ ਨੇ ਸ੍ਰੀ ਬੌਲੀ ਸਾਹਿਬ ਇਸ਼ਨਾਨ ਕੀਤੇ, ਚੁਬਾਰੇ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ। ਕਈ ਦਿਨ ਮੇਲਾ ਭਰਿਆ ਰਿਹਾ। ਕਥਾ ਕੀਰਤਨ ਲੰਗਰ ਦੇ ਪ੍ਰਵਾਹ ਚੱਲਦੇ ਰਹੇ। ਸੋ ਉਸ ਤੋਂ ਬਾਅਦ ਮੇਲਾ ਵਿਛੜ ਗਿਆ। ਇਸ ਮੇਲੇ ਦਾ ਇਤਨਾ ਮਹੱਤਵ ਸੰਗਤਾਂ ਸਮਝਦੀਆਂ ਵੀ ਇਸ ਮੇਲੇ 'ਚ ਗੁਰੂ ਅਮਰਦਾਸ ਜੀ ਹਾਜ਼ਰ ਹੁੰਦੇ ਹਨ, ਸੰਗਤ ਦੇ ਵਿੱਚ ਹੁੰਦੇ ਹਨ। ਜਿਹੜਾ ਮੇਲੇ ਦੇ ਦਰਸ਼ਨ ਕਰ ਲਏ ਸਮਝੋ ਉਹਨੂੰ ਮਹਾਰਾਜ ਗੁਰੂ ਅਮਰਦਾਸ ਦੇ ਦਰਸ਼ਨਾਂ ਦਾ ਫਲ ਮਿਲ ਗਿਆ। ਇੰਨੀ ਭਾਵਨਾ ਸਿੱਖਾਂ ਦੇ ਮਨ ਵਿੱਚ ਹੈ। ਕਿਉਂਕਿ ਧਰਮ ਦਾ ਅਧਿਆਤਮ ਦਾ ਸਾਰਾ ਦਾਰੋ ਮਦਾਰ ਵਿਸ਼ਵਾਸ 'ਤੇ ਖੜਾ ਹੈ, ਸ਼ਰਧਾ 'ਤੇ ਖੜਾ ਹੈ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭਾਵਨਾ ਵਾਲੇ ਗੁਰਸਿੱਖ ਮਹਾਰਾਜ ਸਾਹਿਬ ਜੀ ਨੂੰ ਪਰਮੇਸ਼ਰ ਨੂੰ ਪ੍ਰਤੱਖ ਦੇਖ ਲੈਂਦੇ ਹਨ। ਸ੍ਰੀ ਗੋਇੰਦਵਾਲ ਸਾਹਿਬ ਦਾ ਇਹ ਮੇਲਾ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੋਇਆ ਵੀ ਇਹ ਗੁਰੂ ਅਮਰਦਾਸ ਦਾ ਸਰੂਪ ਹੀ ਸਮਝ ਲਓ। ਸੋ ਇਸ ਜੋੜ ਮੇਲੇ ਦੀ ਸਮਾਪਤੀ ਹੋਈ ਹੈ। ਉਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ, ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨ ਮਾਗੇ ਜਗ ਮਹ। ਪੂਰਨਮਾਸ਼ੀ ਦੇ ਜੱਗ ਵਿੱਚ ਜੋ ਗੁਰੂ ਅਮਰਦਾਸ ਜੀ ਦੇ ਨਿਮਿਤ ਹਰ ਸਾਲ ਹੁੰਦਾ ਹੈ, ਸਿੱਖ ਮੇਲਾ ਦਰਸਾਏ। ਗੁਰੂ ਕੀਆਂ ਸਿੱਖ ਸੰਗਤਾਂ ਨੇ ਮੇਲੇ ਦੇ ਦਰਸ਼ਨ ਕੀਤੇ ਹਨ। ਦਰਸ਼ਨ ਜਿਮ ਸ਼੍ਰੀ ਅਮਰ ਕੋ। ਇੰਨੀ ਭਾਵਨਾ ਰੱਖਦੇ ਵੀ ਜਿਵੇਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਹੋਣ। ਪਦ ਤੈਸੇ ਨਰ ਪਾਏ। ਜੈਸਾ ਫਲ ਗੁਰੂ ਅਮਰਦਾਸ ਜੀ ਦੇ ਪ੍ਰਤੱਖ ਦਰਸ਼ਨ ਕਰਨ ਦਾ ਹੈ, ਵੈਸਾ ਫਲ ਉਹਨਾਂ ਦੇ ਜੋੜ ਮੇਲੇ ਦੇ ਸ੍ਰੀ ਚੁਬਾਰਾ ਸਾਹਿਬ ਦੇ ਤੇ ਸ੍ਰੀ ਬੌਲੀ ਸਾਹਿਬ ਦੇ ਤੇ ਸੰਗਤਾਂ ਦੇ ਦਰਸ਼ਨ ਕਰਨ ਦਾ ਹੈ। ਸਵਈਆ ਛੰਦ ਸ਼੍ਰੀ ਅਰਜਨ ਪੁਨਪੁਰ ਮਹਿਬਾਸੇ। ਗੁਰੂ ਸਾਹਿਬ ਜੀ ਇਸ ਮੇਲੇ ਦੇ ਵਿਛੜ ਜਾਣ ਤੋਂ ਬਾਅਦ ਵੀ ਕੁਝ ਦਿਨ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਟਿਕੇ ਰਹੇ। ਬਹੁਤ ਭਇਓ ਅਤਿਸ਼ੈ ਸਤਸੰਗ। ਗੁਰੂ ਅਰਜਨ ਦੇਵ ਜੀ ਦੇ ਕੋਲ ਬੜੀਆਂ ਸੰਗਤਾਂ ਜੁੜੀਆਂ, ਸਤਸੰਗ ਹੁੰਦਾ ਹੀ ਰਹਿੰਦਾ। ਅੱਠੇ ਪੈਰ ਭਜਨ ਕਥਾ ਕੀਰਤਨ ਬ੍ਰਹਮ ਦੀ ਚਰਚਾ ਵਿਚਾਰ ਹੁੰਦੀ ਰਹਿੰਦੀ ਹੈ। ਨਿਤ ਪ੍ਰਦ ਚਰਚਾ ਆਤਮ ਕੇਰੀ। ਹਰ ਰੋਜ਼ ਆਤਮਾ ਦਾ ਚਿੰਤਨ ਹੁੰਦਾ, ਆਤਮਾ ਦੀ ਚਰਚਾ ਹੁੰਦੀ ਹੈ। ਕਿਉਂਕਿ ਸਾਧ ਸੰਗਤ ਜੀ ਦੁੱਧ ਤੇ ਪਾਣੀ ਇਕੱਠਾ ਹੋਇਆ ਪਿਆ। ਦੁੱਧ ਆਤਮਾ ਹੈ, ਪਾਣੀ ਸਰੀਰ ਹੈ। ਸਰੀਰ ਨੂੰ ਛੱਡ ਕੇ ਆਤਮਾ ਰੂਪੀ ਦੁੱਧ ਨੂੰ ਪੀਣਾ ਹੈ, ਆਤਮ ਚਿੰਤਨ ਕਰਨਾ ਹੈ।
ਇਹੀ ਗੁਰੂ ਕੇ ਸਿੱਖਾਂ ਦਾ ਲਕਸ਼ ਹੈ। ਇੱਥੇ ਪਹੁੰਚ ਕੇ ਮੁਕਤੀ ਹੋਣੀ, ਉਸ ਤੋਂ ਬਿਨਾਂ ਨਹੀਂ ਹੋਣੀ। ਜਿੰਨਾ ਚਿਰ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ ਉਹਨਾਂ ਚਿਰ ਮੁਕਤੀ ਨਹੀਂ ਹੋਣੀ, ਉਹਨਾਂ ਚਿਰ 84 ਲੱਖ ਜੂਨਾਂ 'ਚ ਪੈਣਾ ਪਏਗਾ। ਜਦੋਂ ਇਸ ਸਰੀਰ ਤੋਂ ਭਿੰਨ ਆਤਮਾ ਦੇ ਦਰਸ਼ਨ ਕਰਾਂਗੇ ਵੀ ਇਹ ਵੱਖਰਾ ਹੈ ਤੇ ਇਹ ਵੱਖਰਾ ਹੈ, ਫਿਰ ਗਿਆਨ ਹੋਵੇਗਾ। ਇਸ ਕਰਕੇ ਗੁਰੂ ਸਾਹਿਬ ਹਰ ਵੇਲੇ ਇਸੇ ਵਿਸ਼ੇ ਤੇ ਸੰਗਤਾਂ ਨਾਲ ਵਿਚਾਰ ਕਰਦੇ ਰਹਿੰਦੇ, ਭਾਈ ਸਰੀਰ ਨੂੰ ਮਿਥਿਆ ਜਾਣੋ, ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਏ ਪਛਾਣੋ। ਇਹ ਸਰੀਰ ਮਿਥਿਆ ਹੈ, ਇਹਦੇ ਵਿੱਚ ਜਿਹੜਾ ਮਹਾਰਾਜ ਪਰਮੇਸ਼ਰ ਰਾਮ ਜੀ ਵਸਦੇ ਨੇ ਉਹ ਸੱਚੇ ਹਨ। ਹਾਂਜੀ, ਜਾਨ ਇਹ ਤਨ ਛਿਨ ਭੰਗ, ਇਹ ਸਰੀਰਾਂ ਨੂੰ ਭਾਈ ਝੂਠਾ ਸਮਝੋ। ਭਜਨ ਪਰਾਇਣ ਇੱਕ ਰਸ ਹਾਇ ਕਰ, ਦਿਨ ਰਾਤ ਭਜਨ ਕਰਨਾ, ਭਜਨ ਦੇ ਆਸਰੇ ਆਪਣਾ ਜੀਵਨ ਸਫਲਾ ਕਰਨਾ, ਕਿਉਂਕਿ ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ। ਇਹ ਸਮਝਣਾ ਵੀ ਬਸ ਹੁਣ ਪਤਾ ਨਹੀਂ ਕਿਹੜੇ ਵੇਲੇ ਸਰੀਰ ਛੱਡ ਦੇਣਾ ਹੈ। ਪ੍ਰੀਤ ਵਧ ਹੈ ਪਰਮੇਸ਼ਰ ਸੰਗ, ਜਦੋਂ ਇਸ ਤਰ੍ਹਾਂ ਭਜਨ ਕਰੀਏ ਆਤਮਾ ਨੂੰ ਸੱਚਾ ਸਮਝ ਕੇ, ਸਰੀਰ ਨੂੰ ਝੂਠਾ ਸਮਝ ਕੇ, ਤੇ ਪਰਮੇਸ਼ਰ ਨਾਲ ਪ੍ਰੇਮ ਵੱਧਦਾ ਹੈ। ਸਭ ਕੋ ਉਪਦੇਸ਼ਿਤ ਮ੍ਰਿਦ ਬਾਕਨ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀਆਂ ਸੰਗਤਾਂ ਨੂੰ ਕੋਮਲ ਮਿੱਠੇ ਪਿਆਰੇ ਬਚਨਾਂ ਨਾਲ ਉਪਦੇਸ਼ ਦਿੰਦੇ ਹਨ। ਜਿਸ ਤੇ ਚੜ੍ਹ ਹੈ ਭਗਤ ਕੋ ਰੰਗ, ਐਸਾ ਉਪਦੇਸ਼ ਸਤਿਗੁਰੂ ਜੀ ਦਿੰਦੇ ਆ, ਸੁਣਨ ਵਾਲਿਆਂ ਨੂੰ ਭਗਤੀ ਦਾ ਗੂੜਾ ਰੰਗ ਚੜ੍ਹ ਜਾਂਦਾ ਹੈ। ਸ਼ਰਧਾ ਭਾਵਨਾ ਪਿਆਰ ਮਨ ਵਿੱਚ ਉਪਜ ਪੈਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਅੰਮ੍ਰਿਤ ਹੀ ਵਸਦਾ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ। ਮਹਾਰਾਜ ਸਾਹਿਬ ਦੀ ਰਸਨਾ ਜਿਹੜੀ ਹੈ ਅੰਮ੍ਰਿਤ ਵਰਸਾਂਦੀ, ਧੰਨ ਗੁਰੂ ਅਰਜਨ ਦੇਵ ਜੀ ਦੀ। ਹਾਂਜੀ, ਸਵਾ ਜਾਮ ਜਾਮਨ ਤੇ ਕੀਰਤਨ, ਸਵਾ ਪਹਿਰ ਰਾਤ ਰਹਿੰਦੀ, ਲਗਭਗ 2 ਵਜੇ 2:30 ਵਜੇ ਕੀਰਤਨ ਸ਼ੁਰੂ ਹੋ ਜਾਂਦਾ। ਦੁਪਹਿਰੇ ਦੀ ਚੌਂਕੀ ਜਿਵੇਂ ਹਰਿਮੰਦਰ ਸਾਹਿਬ ਸ਼ੁਰੂ ਹੁੰਦੀ ਹੈ ਨਾ, ਇਹ ਮਰਜ਼ਾਦਾ ਅੱਜ ਦੀ ਨਹੀਂ, ਗੁਰੂ ਕਾਲ ਦੀ ਹੈ। ਅੰਮ੍ਰਿਤ ਵੇਲੇ 2 ਵਜੇ, ਸਵਾ 2 ਵਜੇ, 2:30 ਵਜੇ ਕੀਰਤਨ ਸ਼ੁਰੂ ਹੋ ਜਾਂਦਾ। ਹਾਂਜੀ, ਕਰ ਹਰ ਬਾਬੀ ਸ਼ਬਦ ਉਚਾਰ, ਰਬਾਬੀ ਸਿੱਖ ਬੜਾ ਸੋਹਣਾ ਰਸ ਪੈਣਾ ਕੀਰਤਨ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ। ਹਾਂਜੀ, ਸ਼੍ਰੀ ਅਰਜਨ ਜਤ ਮੋਹਰੀ ਆਦਿਕ, ਬਾਬਾ ਮੋਹਰੀ ਜੀ, ਬਾਬਾ ਮੋਹਣ ਜੀ, ਗੁਰੂ ਅਰਜਨ ਦੇਵ ਜੀ ਸਾਰੇ ਬੈਠਦੇ ਹਨ। ਹਾਂਜੀ, ਸੁਨੈ ਸਕਲ ਅਰ ਕਰ ਹੈ ਵਿਚਾਰ, ਕੀਰਤਨ ਦੀ ਬੜੀ ਸਹਿਬਰ ਲੱਗਦੀ ਹੈ। ਬਹੁਤ ਰਾਗੀ ਸਿਆਣੇ ਅੰਮ੍ਰਿਤ ਵੇਲੇ ਦੇ ਰਾਗਾਂ 'ਚ ਕੀਰਤਨ ਕਰਦੇ ਨੇ। ਗੁਰੂ ਕੇ ਸਿੱਖ ਇਹ ਬਾਣੀ ਸੁਣਦੇ ਨੇ ਤੇ ਬਾਣੀ ਦੀ ਵਿਚਾਰ ਆਪਣੇ ਆਤਮਾ ਵਿੱਚ, ਅੰਤਰ ਆਤਮਾ 'ਚ ਕਰਦੇ ਹਨ। ਮਿਥਿਆ ਜਗਤ ਜਾਣ ਕਰ, ਆਪਣੇ ਮਨ ਵਿੱਚ ਮਿਥਿਆ ਜਗਤ ਜਾਣ ਕਰ ਨਿਸ਼ਚੈ, ਇਹ ਆਪਣੇ ਮਨ ਵਿੱਚ ਜਾਣ ਲੈਂਦੇ ਵੀ ਸੰਸਾਰ ਝੂਠਾ ਹੈ। ਅੰਤਰ ਬਿਰਤੀ ਕਰ ਹੈ ਸੁਖਕਾਰ, ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲੈਂਦੇ, ਬਾਹਰੋਂ ਬਿਰਤੀ ਹਟਾ ਲੈਂਦੇ। ਬਾਹਰ ਜਿੰਨਾ ਕੁਝ ਹੈ ਮਾਇਆ ਹੀ ਹੈ, ਝਮੇਲੇ ਹੀ ਨੇ, ਦੁੱਖ ਹੀ ਨੇ, ਕੰਡੇ ਹੀ ਨੇ, ਚੁਭਣੇ ਹਨ। ਅੰਦਰ ਆਨੰਦ ਹੈ। ਸੋ ਕੀਰਤਨ ਸੁਣ ਕੇ ਗੁਰੂ ਕੇ ਸਿੱਖ ਬਿਰਤੀ ਨੂੰ ਅੰਤਰਮੁਖੀ ਕਰਦੇ ਹਨ। ਮਨੋ ਮਹਾ ਮੁਨ ਮਨ ਸਦ ਕਰਵੇ, ਇਹ ਸਾਰੇ ਮਹਾਮੁਨੀ ਮਾਨੋ ਏਦਾਂ ਬੈਠੇ ਨੇ ਜਿਵੇਂ ਕਿਸੇ ਯੁੱਗ ਵਿੱਚ ਕਪਿਲ ਮੁਨੀ ਜੀ ਦੇ ਕੋਲ ਰਿਸ਼ੀ ਮੁਨੀ ਤਪੱਸਿਆ ਕਰਿਆ ਕਰਦੇ ਸਨ ਪੁਰਾਤਨ ਸਮੇਂ ਵਿੱਚ। ਹਾਂਜੀ, ਕਪਲ ਲਿਖੀ ਜੁਤ ਕੇ ਅਨੁਹਾਰ, ਜਿਸ ਤਰ੍ਹਾਂ ਕਪਿਲ ਰਿਸ਼ੀ ਦੇ ਚੇਲੇ ਕਪਿਲ ਰਿਸ਼ੀ ਦੇ ਕੋਲ ਬੈਠ ਕੇ ਦੁੱਧ ਤੇ ਪਾਣੀ ਨੂੰ ਵੱਖਰਿਆ ਕਰਿਆ ਕਰਦੇ, ਪੁਰਖ ਤੇ ਪ੍ਰਕਿਰਤੀ ਦਾ ਨਿਰਣਾ ਕਰਿਆ ਕਰਦੇ ਸਨ ਵੀ ਪੁਰਖ ਜਿਹੜਾ ਹੈ ਉਹ ਅਸੰਗ ਹੈ, ਨਿਰਵਿਕਾਰ ਹੈ, ਤੇ ਪ੍ਰਕਿਰਤੀ 5 ਤੱਤਾਂ ਦੀ ਬਿਨਸਨਹਾਰ ਹੈ। ਐਸਾ ਜੋ ਚਿੰਤਨ ਕਰਦੇ ਮੁਕਤੀ ਦੇ ਵਾਸਤੇ। ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ 5ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੜੀਆਂ ਮਹਾਨ ਪਵਿੱਤਰ ਆਤਮਾਵਾਂ ਆਤਮ ਚਿੰਤਨ ਕਰਦੀਆਂ ਹਨ। ਦੇਖ ਪ੍ਰਤਾਪ ਅਨੁਜ ਕੋ ਤਬਹੀ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਤਾਪ ਬਾਬਾ ਮਹਾਦੇਵ ਜੀ ਦੇਖ ਰਹੇ ਹਨ। ਬਾਬਾ ਮਹਾਦੇਵ ਜੀ ਸਤਿਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਹਨ। ਜਿਨਕੇ ਉਪਦੇਸ਼ਿਤ ਹੋਏ ਗਿਆਨ, ਬਾਬਾ ਮਹਾਦੇਵ ਜੀ ਦੇਖਦੇ ਨੇ ਕਿ ਮੇਰੇ ਤੋਂ ਉਮਰ 'ਚ ਛੋਟੇ ਹਨ, ਪਰ ਇਹਨਾਂ ਦੇ ਦਰਸ਼ਨਾਂ ਨਾਲ ਹੀ ਗਿਆਨ ਹੋ ਜਾਂਦਾ, ਇਹਨਾਂ ਦੇ ਬਚਨਾਂ ਨਾਲ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਉਮਰ 'ਚ ਛੋਟੇ ਹਨ, ਪਦਵੀ ਇਹਨਾਂ ਦੀ ਬੜੀ ਵੱਡੀ ਹੈ। ਹਾਂਜੀ, ਰਾਤ ਸੰਬੰਧ ਜਾਣ ਕਰ ਪੂਰਾ, ਇਹ ਭਾਈਆਂ ਵਾਲਾ ਜਿਹੜਾ ਸੰਬੰਧ ਹੈ ਇਹ ਤੇ ਝੂਠਾ ਹੈ। ਇਹ ਮੈਂ ਇਹਨਾਂ ਨੂੰ ਆਪਣਾ ਭਰਾ ਸਮਝਦਾ ਹਾਂ, ਇਹ ਤੇ ਮਾਇਆ ਹੈ ਨਾ। ਮਾਇਆ ਕਰਕੇ ਕੋਈ ਭਰਾ ਬਣ ਗਿਆ, ਕੋਈ ਪੁੱਤਰ ਬਣ ਗਿਆ, ਕੋਈ ਪਿਓ ਬਣ ਗਿਆ। ਇਹ ਤਾਂ ਸਾਰੇ ਮਿਥਿਆ ਸੰਬੰਧ ਹਨ। ਹਾਂਜੀ, ਮਹਾਦੇਵ ਸ਼ਰਧਾਲ ਮਹਾਨ, ਬਾਬਾ ਮਹਾਦੇਵ ਜੀ ਬੜੇ ਮਹਾਨ ਸ਼ਰਧਾਲੂ ਬਣ ਗਏ, ਸ਼ਰਧਾ ਦੇ ਪੁੰਜ ਬਣ ਗਏ, ਸ਼ਰਧਾਲੂ ਹੋ ਗਏ।
ਗੁਰੂ ਅਰਜਨ ਦੇਵ ਜੀ ਤੇ ਪੂਰਨ ਨਿਸ਼ਚਾ ਹੋ ਗਿਆ ਉਹਨਾਂ ਨੂੰ ਵੀ ਇਹ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਦਾ ਹੀ ਰੂਪ ਹਨ। ਤਨ ਤਜਬੇ ਕੋ ਸਮਾ ਨਿਕਟ ਲਖ। ਨਾਲੇ ਇਹ ਜਾਣ ਕੇ ਵੀ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ, ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ। ਜਨਮ ਸਫਲਤਾ ਚਾਹ ਮਨ ਮਾਨ। ਬਾਬਾ ਮਹਾਦੇਵ ਜੀ ਸੋਚਦੇ ਆ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ, ਬੜੀ ਮਹਾਨ ਪਵਿੱਤਰ ਜਗ੍ਹਾ ਹੈ, ਮਹਾਨ ਤੀਰਥ ਹੈ ਗੋਇੰਦਵਾਲ ਸਾਹਿਬ, ਜਿੱਥੇ ਤੀਸਰੇ ਪਾਤਸ਼ਾਹ ਜੀ ਮਹਾਰਾਜ, ਚੌਥੇ ਪਾਤਸ਼ਾਹ ਜੀ ਮਹਾਰਾਜ ਨੇ ਤਪ ਕੀਤਾ ਹੈ। ਇੱਥੇ ਸਰੀਰ ਛੱਡੀਏ, ਸਮਾਂ ਨੇੜੇ ਆ ਗਿਆ, ਜਨਮ ਸਫਲਾ ਕਰੀਏ। ਸ਼੍ਰੀ ਅਰਜਨ ਕੋ ਲਖ ਇਕਾਂਤ ਮਹਾ। ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਇਕੱਲੇ ਇਕਾਂਤ ਵਿੱਚ ਬੈਠੇ ਸਨ। ਆਪਣੇ ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਬਾਬਾ ਮਹਾਦੇਵ ਜੀ ਕੋਲ ਆ ਗਏ। ਗਇਓ ਸਮੀਪ ਬੈਠ ਹਿਤ ਠਾਨ। ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਪਾਸ ਬੈਠ ਗਏ। ਸ਼੍ਰੀ ਸਤਿਗੁਰ ਕੀ ਗਾਦੀ ਪਰ। ਹਾਂ, ਹੱਥ ਜੋੜ ਕੇ ਕਹਿੰਦੇ ਹਨ, ਤੁਮ ਈਸ਼ਰ ਕੇ ਸਰੂਪ ਅਵਤਾਰ। ਹੇ ਮਹਾਰਾਜ ਜੀ, ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਹੋ, ਈਸ਼ਵਰ ਦਾ ਰੂਪ ਹੋ, ਪਰਮੇਸ਼ਰ ਅਕਾਲ ਪੁਰਖ ਦੀ ਗੱਦੀ ਹੈ। ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਆਪ ਜੀ ਵੀ ਪਰਮੇਸ਼ਰ ਰੂਪ ਹੋ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤਖ ਹਰ, ਆਪ ਜੀ ਪਰਮੇਸ਼ਰ ਦਾ ਹਰੀ ਦਾ ਰੂਪ ਹੋ। ਮੈਂ ਭਰਾਤਾ ਹੀ ਜਾਣਤ ਨਿਤ ਚਿਤ। ਏ ਗੁਰਦੇਵ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਨੂੰ ਆਪਣਾ ਛੋਟਾ ਭਾਈ ਸਮਝਦਾ ਰਿਹਾ। ਹਾਂਜੀ, ਅਬ ਬਖਸ਼ੋ ਤੁਮ ਹਿਰਦਾ ਉਦਾਰ। ਮੇਰੀ ਭੁੱਲ ਬਖਸ਼ੋ, ਤੁਸੀਂ ਵੱਡੇ ਹੋ, ਮੈਂ ਛੋਟਾ ਹਾਂ। ਮੈਂ ਜੀਵ ਹਾਂ, ਤੁਸੀਂ ਈਸ਼ਵਰ ਹੋ। ਜੀਵ ਦੀ ਉਪਾਧੀ ਅਵਿਦਿਆ ਹੈ, ਈਸ਼ਵਰ ਦੀ ਉਪਾਧੀ ਮਾਇਆ ਹੈ। ਤੁਸੀਂ ਮਾਇਆ ਸਬਲ ਹੋ, ਮੈਂ ਅਵਿਦਿਆ ਦੇ ਸਹਿਤ ਹਾਂ, ਇਸ ਕਰਕੇ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਹਾਂਜੀ, ਉਪਾਦੇਸ਼ੋ ਇਹੋ ਆਤਮ ਕੋ ਹੈ। ਇਹ ਮਹਾਰਾਜ ਮੈਨੂੰ ਕਿਰਪਾ ਕਰਕੇ ਦੱਸੋ, ਉਪਦੇਸ਼ ਦਿਓ ਵੀ ਇਹ ਆਤਮਾ ਕੀ ਹੈ। ਜਿਸ ਆਤਮਾ ਨੂੰ ਪ੍ਰਾਪਤ ਹੋ ਕੇ ਜਨਮ ਮਰਨ ਘਟਿਆ ਜਾਂਦਾ ਹੈ, ਉਹ ਮੈਂ ਕੌਣ ਹਾਂ। ਜਿਵੇਂ ਸਾਈਂ ਬੁੱਲੇ ਸ਼ਾਹ ਜੀ ਬਚਨ ਕਰਦੇ ਨਾ, ਬੁੱਲਾ ਕੀ ਜਾਣਾ ਮੈਂ ਕੌਣ। ਅਜੇ ਤੱਕ ਦੂਜਿਆਂ ਤੇ ਨਿਗਾਹ ਲਾਈ ਫਿਰਦੇ, ਕੌਣ ਹੈ ਕੌਣ ਹੈ, ਉਹ ਕੌਣ ਆ ਗਿਆ, ਉਹ ਕੌਣ ਆ ਗਿਆ, ਉਹ ਕੌਣ ਬਹਿ ਗਿਆ, ਉਹ ਕੌਣ ਖਲੋ ਗਿਆ, ਉਹ ਕੌਣ ਜੰਮਿਆ, ਉਹ ਕੌਣ ਮਰਿਆ। ਆਪਣੇ ਬਾਰੇ ਜਾਣਿਆ ਹੀ ਨਹੀਂ ਵੀ ਮੈਂ ਕੌਣ ਹਾਂ। ਤੋ ਸਾਈਂ ਬੁੱਲੇ ਸ਼ਾਹ ਜੀ ਕਹਿੰਦੇ, ਬੁੱਲਾ ਕੀ ਜਾਣਾ ਮੈਂ ਕੌਣ। ਆਪਣੇ ਆਪ ਨੂੰ ਜਾਣਨਾ ਹੀ ਸਭ ਤੋਂ ਵੱਡੀ ਗੱਲ ਹੈ। ਹੁਣੇ ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਬੰਦੇ ਖੋਜ ਦਿਲ ਹਰ ਰੋਜ਼। ਇਹ ਬੰਦੇ ਤੂੰ ਆਪਣੇ ਆਪ ਦੀ, ਆਪਣੇ ਆਤਮ ਸਰੂਪ ਦੀ ਖੋਜ ਕਰਿਆ ਕਰ, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਤੇਰੀ ਜਨਮ ਮਰਨ ਦੀ ਜਿਹੜੀ ਪਰੇਸ਼ਾਨੀ ਦੂਰ ਹੋ ਜਾਏਗੀ, 84 ਤੇਰੀ ਕੱਟੀ ਜਾਏਗੀ। ਬਾਬਾ ਜੀ ਮਹਾਦੇਵ ਜੀ ਬੇਨਤੀ ਕਰਦੇ ਸਤਿਗੁਰਾਂ ਨੂੰ, ਮਹਾਰਾਜ ਜੀ ਕਿਰਪਾ ਕਰਕੇ ਉਪਦੇਸ਼ ਦਿਓ, ਮੈਂ ਕੌਣ ਹਾਂ। ਕਿਮ ਬੰਧਨ ਮੈਂ ਦੁਖ ਗਨ ਧਾਰ। ਇਹ ਆਤਮਾ ਜੀਵ ਮਰਨ, ਜੀਵ ਆਤਮਾ ਕਿਵੇਂ ਬਣ ਗਈ ਹੈ। ਪਰਮ ਆਤਮਾ ਤੋਂ ਜੀਵ ਆਤਮਾ ਬਣ ਕੇ ਬੰਧਨ 'ਚ ਕਿਉਂ ਪਈ ਹੋਈ, ਜਨਮ ਮਰਨ ਦਾ ਚੱਕਰ ਕਿਉਂ ਪਾ ਰਹੀ, ਦੁਖੀ ਕਿਉਂ ਹੋ ਰਹੀ ਹੈ। ਜੇ ਪਰਮੇਸ਼ਰ ਦਾ ਰੂਪ ਹੈ, ਫਿਰ ਦੁਖੀ ਕਿਉਂ ਹੁੰਦੀ ਹੈ। ਹਾਂਜੀ, ਕਿਮ ਸੁਖ ਲਹਤ ਹੈ ਜਗ ਸੰਕਟ। ਮਹਾਰਾਜ ਇਹ ਵੀ ਦੱਸੋ ਵੀ ਇਹ ਜਨਮ ਮਰਨ ਦਾ ਤੇ ਹੋਰ ਕਈ ਪ੍ਰਕਾਰ ਦਾ ਬੰਧਨ ਕੱਟਿਆ ਕਿਵੇਂ ਜਾਏਗਾ, ਇਹਦੇ ਸੰਕਟ ਕਿਵੇਂ ਦੂਰ ਹੋਣਗੇ, ਦੁੱਖ ਕਿਵੇਂ ਮਿਟਣਗੇ। ਮੋਹਿਤ ਨਾ ਵਹ ਭਲੀ ਪ੍ਰਕਾਰ। ਮੈਨੂੰ ਭਲੀ ਪ੍ਰਕਾਰ ਉਪਦੇਸ਼ ਦਿਓ ਸਤਿਗੁਰੂ ਜੀ। ਸ਼੍ਰੀ ਅਰਜਨ ਸ਼ਰਦਾਲ ਭਰਾਤ ਲਖ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਰਾਤਾ ਜੀ ਨੂੰ ਸ਼ਰਧਾ ਭਾਵਨਾ 'ਚ ਵੇਖਿਆ। ਅਰ ਜਾਣਿਓ ਤਨ ਤਜ ਬੇਕਾਲ। ਇਹ ਵੀ ਦੇਖਿਆ ਵੀ ਇਹਨਾਂ ਦਾ ਅੰਤ ਸਮਾਂ ਨੇੜੇ ਆ ਗਿਆ। ਗੀਤਾ ਵਿੱਚ ਲਿਖਿਆ ਹੈ ਨਾ, ਸ਼ਰਧਾਵਾਨ ਲੱਭਤੇ ਗਿਆਨ। ਬ੍ਰਹਮ ਗਿਆਨ ਦੀ ਪ੍ਰਾਪਤੀ ਓਨਲੀ ਸ਼ਰਧਾਵਾਨ ਨੂੰ ਹੁੰਦੀ ਹੈ, ਨਾਸਤਕ ਨੂੰ ਨਹੀਂ ਹੁੰਦੀ। ਸ਼ਰਧਾਵਾਨ ਹੀ ਬ੍ਰਹਮ ਗਿਆਨ ਦੀ ਅਖੀਰਲੀ ਮੰਜ਼ਿਲ ਤੇ ਪਹੁੰਚ ਸਕਦਾ, ਦੂਜਾ ਨਹੀਂ ਪਹੁੰਚ ਸਕਦਾ। ਇਹ ਨਹੀਂ ਵੀ ਸਾਰੇ ਸ਼ਰਧਾਵਾਨ ਪਹੁੰਚ ਜਾਣਗੇ। ਸ਼ਰਧਾਵਾਨ ਦੀਆਂ ਪੌੜੀਆਂ ਗਾਂ ਦੀਆਂ ਚੜ੍ਹਦੀਆਂ, ਪਰ ਸ਼ਰਧਾ ਤੋਂ ਬਿਨਾਂ ਨਹੀਂ ਚੜ੍ਹ ਸਕਦਾ। ਇਹ ਗੱਲ ਪੱਕੀ ਹੈ। ਬਾਬਾ ਜੀ ਸ਼ਰਧਾਵਾਨ ਸਨ, ਬਾਬਾ ਮਹਾਦੇਵ ਜੀ। ਇਸ ਕਰਕੇ ਗਿਆਨ ਦੀ ਪ੍ਰਾਪਤੀ ਦਾ ਸਮਾਂ ਆ ਗਿਆ, ਅੰਤ ਸਮਾਂ ਵੀ ਉਹਨਾਂ ਦਾ ਨੇੜੇ ਆ ਗਿਆ। ਮਹਾਰਾਜ ਸਾਹਿਬ ਜੀ ਨੇ ਜਾਣਿਆ ਵੀ ਅਧਿਕਾਰੀ ਹਨ, ਉੱਤਮ ਅਧਿਕਾਰੀ ਹਨ। ਹਾਂਜੀ, ਉੱਤਮ ਅਧਿਕਾਰੀ ਲਗ ਕਹਦੇ। ਸਾਧ ਸੰਗਤ ਜੀ, ਉੱਤਮ ਮੱਧਮ ਕਨਿਸ਼ਟ 3 ਤਰ੍ਹਾਂ ਦੇ ਅਧਿਕਾਰੀ ਹੁੰਦੇ ਨੇ। ਜਿੱਦਾਂ ਦਾ ਅਧਿਕਾਰੀ ਹੋਵੇ ਮਹਾਂਪੁਰਸ਼ ਉਦਾਂ ਦਾ ਉਪਦੇਸ਼ ਦਿੰਦੇ ਨੇ।
ਇਹ ਉੱਤਮ ਅਧਿਕਾਰੀ ਨੇ, ਇਹਨਾਂ ਨੂੰ ਗੱਲ ਸਿੱਧੀ ਕਹਿ ਦੇਣ ਦਾ ਕੋਈ ਹਰਜ ਨਹੀਂ ਹੈ। ਹਾਂਜੀ, ਸਮਝਹਿ ਕੋ ਬ੍ਰਹਮ ਗਿਆਨ ਵਿਸਾਰ। ਇਹ ਬ੍ਰਹਮ ਗਿਆਨ ਨੂੰ ਛੇਤੀ ਸਮਝ ਜਾਣਗੇ, ਆਪਣੀ ਮੁਕਤੀ ਦਾ ਯਤਨ ਕਰ ਲੈਣਗੇ ਹੁਣੇ ਹੀ। ਕਰਨ ਲੱਗੇ ਉਪਦੇਸ਼ ਮਿਤੁ ਸਰਵਣ ਮਨਨ ਨਿਧਿਆਸਨ। ਇਹ ਜੋ ਮਹਾਰਾਜ ਸਾਹਿਬ ਜੀ ਨੇ ਲਿਖਿਆ ਜਪਜੀ ਸਾਹਿਬ ਦੀਆਂ ਪੌੜੀਆਂ, ਸੁਣਿਆ ਮੰਨਿਆ ਤੇ ਫਿਰ ਅੱਗੇ ਨਿਧਿਆਸਨ ਦੀਆਂ 4 ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਮੁਤਾਬਕ ਉਪਦੇਸ਼ ਸੁਣਾਉਣ ਲੱਗੇ ਬ੍ਰਹਮ ਗਿਆਨ ਦਾ। ਹਾਂਜੀ, ਭਰਾਤ ਸੁਨੋ ਇਹ ਬਾਤ ਸੁਖਾਲ। ਮਹਾਰਾਜ ਕਹਿੰਦੇ ਭਰਾ ਜੀ ਸੁਣੋ, ਜਿਹੜੀ ਗੱਲ ਤੁਸੀਂ ਪੁੱਛੀ ਹੈ ਇਹ ਤੁਹਾਡੇ ਵਾਸਤੇ ਸੌਖੀ ਹੈ, ਤੁਹਾਨੂੰ ਦੱਸਦੇ ਨੇ ਸੌਖੇ ਢੰਗ ਨਾਲ ਦੱਸਦੇ ਨੇ। ਹੈ ਤਾਂ ਇਹ ਬੜੀ ਔਖੀ, ਹਰ ਗੱਲ ਇਹ ਹਰ ਬੰਦਾ ਨਹੀਂ ਸਮਝ ਸਕਦਾ, ਪਰ ਤੁਸੀਂ ਸਾਡੇ ਭਰਾਤਾ ਹੋ ਔਰ ਤੁਸੀਂ ਅਧਿਕਾਰੀ, ਉੱਤਮ ਅਧਿਕਾਰੀ ਹੋ, ਇਸ ਕਰਕੇ ਤੁਹਾਡੇ ਲਈ ਇਹ ਖਜ਼ਾਨਾ ਖੋਲ੍ਹਦੇ ਹਾਂ। ਆਪ ਹੈ ਬੰਧਨ ਲਹ ਦੁਖ ਭੋਗਤ। ਬਾਬਾ ਜੀ ਇਹ ਜੀਵ ਆਤਮਾ ਆਪੇ ਹੀ ਬੰਧਨ 'ਚ ਪਈ ਹੋਈ ਹੈ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਫਸਿਆ ਵੀ ਆਪ ਹੈ ਤੇ ਛੁੱਟਣਾ ਵੀ ਆਪ ਹੈ। ਹੋਰ ਦੁਨਿਆਵੀ ਗੱਲਾਂ ਦੂਜਾ ਕੋਈ ਮਦਦ ਕਰ ਸਕਦਾ? ਆਤਮਾ ਨੂੰ ਮੁਕਤੀ ਪਾਉਣ ਵਾਸਤੇ ਦੂਜਾ ਕੋਈ ਮਦਦ ਨਹੀਂ ਕਰ ਸਕਦਾ, ਆਪੇ ਹੀ ਕਰਨਾ ਪੈਂਦਾ ਸਭ ਕੁਝ। ਆਪੇ ਹੀ ਬੰਧਨ 'ਚ ਪਿਆ ਹੈ, ਆਪੇ ਹੀ ਬੰਧਨ 'ਚੋਂ ਨਿਕਲਣਾ ਹੈ। ਜੀਵ ਕਰਮ ਆਪੇ ਕਰੇ, ਆਪੇ ਦੇ ਤੇ ਮੁਕਤ, ਸਤਿਗੁਰੂ ਪਾਤਸ਼ਾਹ ਦੱਸਦੇ ਹਨ। ਹਾਂਜੀ, ਸ਼੍ਰੀ ਨਾਨਕ ਕਹੈ ਗਿਰਾ ਰਸਾਲ। ਮਹਾਰਾਜ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਅੰਮ੍ਰਿਤਮਈ ਰਸ ਭਰੀ ਬਾਣੀ 'ਚ ਫਰਮਾਇਆ ਹੋਇਆ, ਇਹ ਸਿਧਾਂਤ ਦੱਸਿਆ ਹੋਇਆ। ਹਾਂਜੀ, ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਦਾ ਸ਼ਲੋਕ ਗੁਰੂ ਅਰਜਨ ਦੇਵ ਜੀ ਪ੍ਰਮਾਣ ਵਜੋਂ ਸੁਣਾਉਂਦੇ ਹਨ। ਹਾਂਜੀ, ਨਾਨਕ ਇਹੋ ਤਨ ਜਾਲ ਜਿਨ। ਨਹੀਂ, ਜਾਲ, ਨਾਨਕ ਇਹ ਤਨ ਜਾਲ। ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੈ ਇਹਨੂੰ ਸਾੜ ਸੁੱਟੀਏ, ਜਾਲ ਸੁੱਟੀਏ, ਇਹ ਸਰੀਰ ਖਤਮ ਕਰੀਏ। ਕਿਉਂ? ਸਰੀਰ ਦਾ ਖਤਮ ਕਰਨ ਦਾ ਇਹ ਨਹੀਂ ਮਤਲਬ ਵੀ ਹੁਣੇ ਜਾ ਕੇ ਆਪਾਂ ਇਹਨੂੰ ਅੱਗ ਲਾ ਲੈਣੀ ਹੈ, ਯਾਨੀ ਇਹਦੀ ਮਮਤਾ ਸਾੜ ਦਈਏ, ਇਹਦੀ ਹੋਂਦ ਹੈ ਹੀ ਨਹੀਂ, ਇਹ ਝੂਠਾ ਹੈ। ਇਸ ਤਰ੍ਹਾਂ ਕਰਕੇ ਇਹਦਾ ਦੇਹ ਅਧਿਆਸ ਖਤਮ ਕਰੀਏ ਵੀ ਮੈਂ ਸਰੀਰ ਹਾਂ, ਇਹ ਵਿਚਾਰ ਆਪਣੇ ਮਨ ਚੋਂ ਕੱਢ ਦਈਏ। ਨਾਨਕ ਇਹ ਤਨ ਜਾਲ, ਇਹ ਆਪਣੇ ਆਪ ਨੂੰ ਜੋ ਸਰੀਰ ਸਮਝੀ ਬੈਠੇ ਆ, ਇਹ ਭਾਵਨਾ ਖਤਮ ਕਰ ਦਈਏ। ਹਾਂਜੀ, ਜਿਨ ਜਲਿਆ ਨਾਮ ਵਿਸਾਰਿਆ। ਜਿਨ ਜਲਣ ਜੋਗੇ ਨੇ, ਸੜਨ ਜੋਗੇ ਨੇ, ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ। ਇਹ ਪੰਜਾਬੀ ਦਾ ਮੁਹਾਵਰਾ ਹੈ, ਸੜਨ ਜੋਗਾ, ਜਲਣ ਜੋਗਾ। ਇਹ ਆਮ ਮਾਈਆਂ ਜਿਹੜਾ ਨਾ ਇਹ ਵਰਤ ਲੈਂਦੀਆਂ, ਸੜਨ ਦੇ ਜੋਗਾ, ਬਲਣ ਜੋਗਾ ਹੈ। ਮਹਾਰਾਜ ਕਹਿੰਦੇ ਜਿਨ ਜਲਿਆ, ਜਿਨ ਜਲਣ ਜੋਗੇ ਨੇ, ਸੜਨ ਜੋਗੇ ਨੇ, ਨਾਮ ਵਿਸਾਰਿਆ। ਪਰਮੇਸ਼ਰ ਜੀ ਦਾ, ਵਾਹਿਗੁਰੂ ਜੀ ਦਾ ਨਾਮ ਵਿਸਾਰ ਦਿੱਤਾ। ਆਤਮ ਗਿਆਨ ਭੁੱਲ ਗਿਆ, ਆਪਣੇ ਆਪ ਨੂੰ ਭੁੱਲ ਗਿਆ। ਭੁੱਲ ਗਇਓ ਅਗਿਆਨ ਤੇ ਆਤਮ ਆਪਨ ਰੂਪ, ਤਾਹੀ ਕੋ ਫਿਰ ਜਾਣ ਲੋ ਗਿਆਨ ਕਹਿਤ ਕਵਿ ਭੂਪ। ਆਪਣੇ ਆਪ ਨੂੰ ਭੁੱਲ ਜਾਣਾ ਇਹ ਅਗਿਆਨ ਹੈ, ਆਪਣੇ ਆਤਮ ਸਰੂਪ ਨੂੰ ਜਾਣ ਲੈਣਾ ਇਹ ਗਿਆਨ ਹੈ। ਹਾਂਜੀ, ਪੌਦੀ ਜਾਏ ਪਰਾਲ ਪਿਛੈ। ਪੌਦੀ ਜਾਏ ਪਰਾਲ ਪਿੱਛੇ ਹੱਥ ਨਾ ਬੜਾ, ਸੋਠੇ ਦੀ ਚਾਲ ਹੈ। ਕਹਿੰਦੇ ਪੌਦੀ ਜਾਏ ਪਰਾਲ, ਜਿਵੇਂ ਖੂਹ ਦੇ ਉੱਤੇ ਜਾਂ ਕਿਸੇ ਤਲਾਅ ਦੇ ਉੱਤੇ, ਸਰੋਵਰ ਦੇ ਉੱਤੇ ਕੱਖ ਕੰਡਾ ਪੈਣਾ ਸ਼ੁਰੂ ਹੋ ਜਾਂਦਾ। ਆਪਾਂ ਦੇਖਿਆ ਨਾ ਪੰਜਾਬ 'ਚ ਪੁਰਾਣੇ ਖੂਹਾਂ ਦਾ, ਉੱਤੇ ਕੋਈ ਪਰਾਲੀ ਪੈ ਗਈ, ਉੱਤੇ ਕੋਈ ਕੂੜਾ ਪੈ ਗਿਆ, ਕੰਡੇ ਪੈ ਗਏ, ਉੱਤੇ ਕੋਈ ਟੁੱਟਾ ਸਮਾਨ ਸੁੱਟ ਦਿੱਤਾ, ਛੇਤਰ ਜੁੱਤੀਆਂ ਜਾਤੀਆਂ ਕਈ ਸੁੱਟ ਦਿੰਦੇ, ਉੱਤੇ ਇੱਕ ਤਹਿ ਲੱਗ ਜਾਂਦੀ ਹੈ, ਪਾਣੀ ਢੱਕਿਆ ਜਾਂਦਾ, ਉੱਤੇ ਉਹਦੇ ਬੜੀ ਪਾਪੜੀ ਜਿਹੀ ਜੰਮ ਜਾਂਦੀ ਹੈ, ਗੰਦ ਦੀ, ਕੂੜ ਕਬਾੜ ਦੀ। ਆਤਮਾ ਰੂਪੀ ਜਲ ਇਸੇ ਸਰੀਰ ਦੇ ਵਿੱਚ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਪਰਮਾਤਮਾ ਜਿਸ ਨੂੰ ਕਹਿੰਦੇ ਆ, ਪਰਮੇਸ਼ਰ ਜਿਸ ਨੂੰ ਕਹਿੰਦੇ ਆ, ਉਹ ਇਹਦੇ ਅੰਦਰ ਹੀ ਰਹਿੰਦਾ। ਸਤਿਗੁਰੂ ਜੀ ਨੂੰ ਪੁੱਛਿਆ ਵੀ ਪਰਮਾਤਮਾ ਮੰਦਰ 'ਚ ਰਹਿੰਦਾ ਕਿ ਮਸੀਤ 'ਚ ਰਹਿੰਦਾ ਕਿ ਗੁਰਦੁਆਰੇ 'ਚ ਰਹਿੰਦਾ ਕਿ ਚਰਚ 'ਚ ਰਹਿੰਦਾ? ਲੋਕਾਂ ਨੇ ਬਣਾਏ ਹੋਏ ਨੇ ਰੱਬ ਦੇ ਘਰ, ਵੀ ਇਹ ਜੀ ਚਰਚ ਹੈ, ਰੱਬ ਦਾ ਘਰ ਹੈ, ਇਹ ਮੰਦਰ ਹੈ, ਰੱਬ ਦਾ ਘਰ ਹੈ, ਇਹ ਮਸੀਤ ਹੈ, ਰੱਬ ਦਾ ਘਰ ਹੈ, ਗੁਰਦੁਆਰਾ ਹੈ, ਰੱਬ ਦਾ ਘਰ ਹੈ। ਜਿਹੜਾ ਅਸਲੀ ਰੱਬ ਦਾ ਘਰ ਹੈ ਉਹ ਦਿਸਦਾ ਹੀ ਨਹੀਂ, ਉਹਦਾ ਪਤਾ ਹੀ ਨਹੀਂ। ਅਸਲੀ ਰੱਬ ਦਾ ਮੰਦਰ ਤਾਂ ਇਹ ਹੈ, ਕਾਇਆ ਮਹਿਲ ਮੰਦਰ ਘਰ ਹਰ ਕਾ, ਤੇ ਇਸ ਵਿੱਚ ਰਾਖੀ ਜੋਤ ਅਪਾਰ। ਜਿਹੜਾ ਬੰਦੇ ਦਾ ਸਰੀਰ ਹੈ ਇਹਦੇ ਵਿੱਚ ਜੋਤ ਹੈ ਹਰ ਵੇਲੇ, ਪਰ ਜੋਤ ਦੇ ਉੱਤੇ ਨਾ ਉਹ ਕੰਮ ਬਣਿਆ ਪਿਆ ਵੀ ਜਿਵੇਂ ਖੂਹ ਦੇ ਪਾਣੀ ਉੱਤੇ ਜਾਂ ਸਰੋਵਰ ਦੇ ਪਾਣੀ ਤੇ ਕਾਈ ਜੰਮ ਜਾਂਦੀ ਹੈ,
ਕਾਈ ਤੇ ਪਰਾਲੀ ਪੈ ਗਈ, ਉੱਤੇ ਫਿਰ ਖੋਰ ਕਾਕੰਡਾ ਪੈ ਗਿਆ, ਉਹ ਐਨ ਇੱਕ ਖਰੇਪੜ ਜਿਹਾ ਵੱਜ ਗਿਆ, ਉਹ ਥੱਲੇ ਰਹਿ ਗਈ। ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਧੈ ਤਾਲ, ਪਾਉਂਦੀ ਜਾਏ ਪਰਾਲ, ਉੱਤੇ ਪਰਾਲੀ ਪਈ ਹੋਈ ਹੈ, ਪਿੱਛੇ ਹੱਥ ਨਾ ਅੰਬੜੈ, ਫਿਰ ਹੱਥ ਨਹੀਂ ਅੱਪੜਦਾ ਉਹਦੇ ਤੱਕ, ਜਲ ਤੱਕ। ਉਹ ਪਾਣੀ ਜਿਹੜਾ ਹੈ ਹੱਥ ਨਹੀਂ ਲੱਗਦਾ, ਇਹ ਪਤਾ ਹੀ ਨਹੀਂ ਲੱਗਦਾ ਵੀ ਥੱਲੇ ਜਲ ਹੈ, ਇੰਨੀ ਉੱਤੇ ਜ਼ਿਆਦਾ ਉਹਦੇ ਕਾਈ ਜੰਮੀ ਹੋਈ ਹੈ, ਉੱਤੇ ਪੜਦਾ ਪਿਆ ਹੋਇਆ। ਆਤਮਾ ਦੇ ਉੱਤੇ ਕਿੰਨੇ ਕੋਸ਼ ਚੜ੍ਹੇ ਹੋਏ ਨੇ, ਆਨੰਦਮਈ ਕੋਸ਼ ਹੈ, ਵਿਗਿਆਨਮਈ ਕੋਸ਼ ਹੈ, ਫਿਰ ਉਸ ਤੋਂ ਮਨੋਮਈ ਕੋਸ਼ ਹੈ, ਫਿਰ ਪ੍ਰਾਣਮਈ ਕੋਸ਼ ਹੈ, ਫਿਰ ਅੰਨਮਈ ਕੋਸ਼ ਹੈ, ਫਿਰ ਹੋਰ ਕਿੰਨੀਆਂ ਚੀਜ਼ਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ ਚਿੰਤਾ ਫਿਕਰ ਡਰ ਹੈ। ਕਈ ਝਮੇਲਿਆਂ 'ਚ ਜੀਵ ਆਤਮਾ ਉੱਪਰ ਉਹਦੇ ਆਲੇ ਦੁਆਲੇ ਖਰੇਪੜ ਜੰਮ ਗਏ ਨੇ। ਉਹ ਆਤਮ ਰੂਪੀ ਜਲ ਜਿਹੜਾ ਹੈ ਉਹਦੇ ਤੱਕ ਹੱਥ ਨਹੀਂ, ਬੁੱਧੀ ਰੂਪੀ ਹੱਥ ਉੱਥੇ ਅੱਪੜਦਾ ਨਹੀਂ। ਅੱਗੇ ਮਹਾਰਾਜ ਜੀ ਇਹਦੀ ਵਿਆਖਿਆ ਕਰਕੇ ਸਮਝਾ ਰਹੇ ਨੇ ਪੰਜਵੇਂ ਪਾਤਸ਼ਾਹ ਜੀ। ਹਾਂਜੀ, ਤਿਤ ਨਿਵੰਧੈ ਤਾਲ, ਕਹਿੰਦੇ ਉਹ ਜਿਹੜਾ ਨੀਵਾਂ ਤਾਲ ਡੂੰਘਾ ਸਰੋਵਰ ਹੈ ਅੰਮ੍ਰਿਤ ਦਾ, ਉਹ ਹੈ ਤਾਂ ਵਿੱਚ ਹੀ ਹੈ, ਪਰ ਉੱਤੇ ਪਰਾਲੀ ਬਹੁਤ ਜੰਮ ਗਈ ਹੈ। ਸਵਈਆ ਛੰਦ ਪ੍ਰਥਮ ਕਬੰਧਨ ਪਰਿਓ, ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਥਮ ਕਬੰਧਨ ਪਰਿਓ ਸੁਣੋ ਸੋ, ਕਹਿੰਦੇ ਜਿਹੜੇ ਬੰਧਨ ਜੀਵ ਨੂੰ ਪੁੱਠੇ ਸਿੱਧੇ ਪਏ ਨੇ ਪਹਿਲਾਂ ਉਹ ਤਾਂ ਸੁਣ ਲਓ, ਕਿਉਂਕਿ ਪਹਿਲਾਂ ਬਿਮਾਰੀ ਦਾ ਪਤਾ ਲੱਗ ਜੇ, ਫਿਰ ਦਵਾਈ ਦਾ ਵੀ ਪਤਾ ਲੱਗ ਜਾਂਦਾ, ਸਮੱਸਿਆ ਦਾ ਪਤਾ ਲੱਗ ਜੇ, ਫਿਰ ਉਹਦਾ ਕੋਈ ਸਮਾਧਾਨ ਵੀ ਲੱਭ ਲਈਦਾ। ਸੋ ਜਿਹੜਾ ਜੀਵ ਨੂੰ ਬੰਧਨ ਪਏ ਹੋਏ ਨੇ ਉਹ ਸੁਣੋ। ਆਤਮਾ ਤਾਲ ਸਮਾਨ, ਮਹਾਰਾਜ ਕਹਿੰਦੇ ਆਤਮ ਜਲ ਜਿਹੜਾ ਹੈ, ਆਤਮ ਜਲ ਲੈਣ, ਇਹ ਵੀ ਪੰਕਤੀ ਗੁਰਬਾਣੀ ਚਾਹੁੰਦੀ, ਆਤਮ ਸਰੋਵਰ ਦੀ ਤਰ੍ਹਾਂ ਹੈ। ਇਹ ਆਤਮਾ ਤਾਲ ਸਮਾਨ, ਇੱਕ ਸਰੋਵਰ ਦੀ ਤਰ੍ਹਾਂ ਹੈ ਆਤਮਾ। ਤਨ ਹੰਤਾ ਧਾਰਨ ਇਨ ਕੀਤੀ, ਪਰ ਇਸ ਜੀਵ ਆਤਮਾ ਨੇ ਆਪਣੇ ਆਪ ਨੂੰ ਸਰੀਰ ਸਮਝਣਾ ਸ਼ੁਰੂ ਕਰ ਲਿਆ ਹੈ। ਜਦੋਂ ਮਾਤਾ ਪਿਤਾ ਦੇ ਘਰ ਜਨਮ ਲਿਆ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਵਾ। ਇਸ ਨੇ ਆਪਣੇ ਆਪ ਨੂੰ ਸਾਰੀ ਉਮਰ ਸਰੀਰ ਹੀ ਸਮਝਿਆ। ਫੋਟੋਆਂ ਦਿਖਾਉਂਦਾ ਫਿਰਦਾ ਖਿੱਚ ਗਿਆ, ਮੇਰੀ ਫੋਟੋ ਹੈ ਜਵਾਨੀ ਦੀ, ਹੈ ਮੇਰੀ ਬਚਪਨ ਦੀ ਹੈ, ਇਹ ਮੈਂ ਇੰਨੇ ਸਾਲਾਂ ਦਾ ਸੀ, ਆਹ ਮੈਂ ਇੰਨੇ ਸਾਲਾਂ ਦਾ ਸੀ। ਭਲਿਆ ਤੇਰਾ ਤੇ ਕੋਈ ਸਾਲ ਹੈ ਹੀ ਨਹੀਂ, ਇਹ ਤਾਂ ਮਾਇਆ ਦਾ ਜਾਲ ਪਿਆ ਹੋਇਆ, ਆਪਣੇ ਆਪ ਨੂੰ ਸਰੀਰ ਸਮਝੀ ਬੈਠਾ ਹੈ, ਤੂੰ ਸਰੀਰ ਨਹੀਂ ਹੈ। ਇਹ ਜੋ ਆਪਣੇ ਆਪ ਨੂੰ ਸਰੀਰ ਸਮਝ ਲਿਆ, ਇਹੀ ਦੁੱਖਾਂ ਦਾ ਕਾਰਨ ਹੈ, ਇਹੀ ਵੱਡਾ ਬੰਧਨ ਹੈ ਜੀਵ ਨੂੰ। ਮੈਂ ਤੇ ਖੱਤਰੀ ਬੈਸ ਸੋ ਜਾਨ, ਮੈਂ ਬਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਜੱਟ ਹਾਂ, ਮੈਂ ਲਬਾਣਾ ਹਾਂ, ਮੈਂ ਫਲਾਣੀ ਜਾਤੀ ਦਾ ਹਾਂ, ਮੈਂ ਫਲਾਣੀ ਜਾਤੀ ਦਾ ਹਾਂ। ਇੱਦਾਂ ਆਪਣੀਆਂ ਜਾਤਾਂ ਸਰੀਰ ਦੀਆਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਇੱਦਾਂ ਬੜੇ ਹੀ ਆਪਣੇ ਇਹਨੇ ਅਹੰ ਮਮਤਾ ਦੇ ਧਾਰਨ ਕੀਤੇ ਹੋਏ ਆਪਣੇ ਆਪ ਨੂੰ ਕੁਛ ਦਾ ਕੁਛ ਮੰਨੀ ਬੈਠਾ ਹੈ। ਇਤਿਆਦਿਕ ਤਨ ਆਪਨ ਰੂਪ ਲਖ, ਇਸ ਪ੍ਰਕਾਰ ਆਪਣੇ ਸਰੀਰ ਦੇ ਕਈ ਰੂਪ ਮੰਨੀ ਬੈਠਾ, ਆਪਣੇ ਸਰੀਰ ਦੀਆਂ ਜਾਤਾਂ, ਆਪਣੇ ਸਰੀਰ ਦੀ ਅਵਸਥਾ, ਮੈਂ ਬੱਚਾ ਹਾਂ, ਮੈਂ ਜਵਾਨ ਹਾਂ, ਮੈਂ ਬੁੱਢਾ ਹਾਂ, ਮੈਂ ਤੰਦਰੁਸਤ ਹਾਂ, ਮੈਂ ਬਿਮਾਰ ਹਾਂ, ਮੈਂ ਗੋਰਾ, ਮੈਂ ਕਾਲਾ, ਮੈਂ ਮੋਟਾ, ਮੈਂ ਪਤਲਾ, ਮੈਂ ਮਧਰਾ, ਮੈਂ ਲੰਮਾ। ਇੱਦਾਂ ਬੜੇ ਹੀ ਇਹਨੇ ਆਪਣੇ ਆਪ ਨੂੰ ਬੰਧਨ ਪਾਏ ਹੋਏ ਨੇ। ਭਇਓ ਜਾਲ ਹਰਿਆ ਬਲ ਆਨ, ਇਹ ਉੱਤੇ ਜਾਲਾ ਪੈ ਗਿਆ ਸਮਝੋ, ਇਹ ਹਰਿਆਵਲੀ ਜੰਮ ਗਈ, ਜਿਵੇਂ ਪਾਣੀ ਤੇ ਕਾਈ ਜੰਮ ਜਾਂਦੀ ਨਾ, ਇਹ ਕਾਈ ਜੰਮ ਗਈ ਇਹਦੇ ਉੱਤੇ ਵੀ ਮੈਂ ਜਾਤੀ ਦਾ, ਮਜ਼ਹਬ ਦਾ, ਧਰਮ ਦਾ, ਆਪਣੇ ਕਈ ਕਿਸਮ ਦਾ ਹੰਕਾਰ ਧਾਰਨ ਕੀਤਾ ਹੈ। ਸ਼ੁੱਧ ਆਤਮਾ, ਹੋਰ ਕੁਛ ਨਹੀਂ, ਪਰ ਮਨ ਬੜਾ ਕੁਛ ਬੈਠਾ ਹੈ ਆਪਣੇ ਆਪ ਨੂੰ। ਹਾਂਜੀ, ਜਲ ਕੋ ਕਰੇ ਉਸ਼ਾਦਨ ਜੈਸੇ, ਜਿਵੇਂ ਪਾਣੀ ਨੂੰ ਕਾਈ ਪਰਾਲੀ ਢੱਕ ਲੈਂਦੀ ਹੈ, ਉਹ ਨਜ਼ਰ ਨਹੀਂ ਆਉਂਦਾ, ਇੱਦਾਂ ਇਹ ਪਰਾਲੀ ਉੱਤੇ ਪੈ ਗਈ। ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਬਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਫਲਾਣੀ ਜਾਤੀ ਦਾ, ਫਲਾਣੇ ਧਰਮ ਦਾ, ਜਾਂ ਮੈਂ ਮੋਟਾ ਪਤਲਾ ਕਾਲਾ ਗੋਰਾ ਦੁਖੀ ਸੁਖੀ। ਇੱਦਾਂ ਆਪਣੇ ਆਪ ਨੂੰ ਜਿੰਨਾ ਸਮਝ ਲਿਆ, ਇਹ ਸਮਝੋ ਪਰਾਲੀ ਦੀਆਂ ਤਹਾਂ ਜੰਮਦੀਆਂ ਗਈਆਂ ਉੱਤੇ। ਹਾਂਜੀ, ਤਿਮ ਸਰੂਪ ਨਿਜ ਸ਼ਾਦਨ ਠਾਨ, ਆਓ ਸਰੂਪ ਜਿਹੜਾ ਅਸਲ ਸਰੂਪ ਸੀ ਮਹਾਰਾਜ ਸਾਹਿਬ ਜੀ ਦੀ ਜੋਤ ਦਾ, ਉਹ ਢੱਕਿਆ ਗਿਆ ਹੈ, ਉਹਦੇ ਦਰਸ਼ਨ ਨਹੀਂ ਹੁੰਦੇ। ਅਹੰ ਬ੍ਰਹਮ ਇਹ
ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਰੂਪ ਹਾਂ। ਅਕਾਲ ਪੁਰਖ ਅਸਲ ਸਰੂਪ ਜੋਤ ਸਰੂਪ ਹੈ ਤਾਂ ਸਹੀ ਲਖੈ ਜੋ ਕੋਈ, ਹੈ ਤਾਂ ਸਹੀ ਪਰ ਕੋਈ ਵੇਖਣ ਵਾਲਾ ਤਾਂ ਹੋਵੇ। ਵੇਖੇਗਾ ਤਾਂ ਜੇ ਪਰਾਲੀ ਪਰੇ ਹੋਵੇਗੀ, ਪਰਾਲੀ ਪਰੇ ਹੁੰਦੀ ਨਹੀਂ, ਉਹ ਦਿਸਦਾ ਨਹੀਂ। ਇਸ ਕਰਕੇ ਆਪਣਾ ਅਸਲੀ ਸਰੂਪ ਭੁੱਲ ਗਿਆ ਹੈ, ਅਸਲੀ ਨਾਮ ਨੂੰ ਵਿਸਾਰ ਦਿੱਤਾ ਹੈ। ਮਹਾਰਾਜ ਕਹਿੰਦੇ ਜਿਨ ਜਲਿਆ ਨਾਮ ਵਿਸਾਰਿਆ। ਸੜਨ ਜੋਗੇ ਨੇ ਮਹਾਰਾਜ ਪਰਮੇਸ਼ਰ ਜੀ ਦੇ ਨਾਮ ਨੂੰ ਭੁਲਾ ਦਿੱਤਾ ਹੈ। ਜਦੋਂ ਇਹਨੇ ਆਪਣੇ ਆਪ ਨੂੰ ਸਰੀਰ ਸਮਝ ਲਿਆ, ਉੱਤੇ ਫਿਰ ਇਹਦੇ ਘਾਸ ਫੂਸ ਪਰਾਲੀ ਜੰਮਦੀ ਗਈ। ਫਿਰ ਕੋਈ ਹਿਸਾਬ ਹੀ ਨਹੀਂ ਰਿਹਾ। ਫਿਰ ਪਾਪਾਂ ਦੀ ਪਰਾਲੀ, ਵਿਕਾਰਾਂ ਦੀ ਪਰਾਲੀ, ਨਿੰਦਾ ਚੁਗਲੀ ਦੀ ਬੜੀਆਂ ਹੀ ਨੇ। ਆਪਾਂ ਗਿਣ ਨਹੀਂ ਸਕਦੇ ਸਾਡੀਆਂ ਬੁਰਾਈਆਂ ਕਿ ਦਿਸਦੀਆਂ ਨਹੀਂ ਸਾਨੂੰ, ਕਿ ਚਿੰਤਨ ਹੀ ਨਹੀਂ ਕੀਤਾ ਕਦੀ। ਪਰ ਜੇ ਬਹਿ ਕੇ ਆਪਾਂ ਮੁਨਸਬ ਹੋ ਕੇ ਮਨ ਦੇ ਦੇਖੀਏ ਤੇ ਫਿਰ ਸਾਡੇ ਅੰਦਰੋਂ ਗੰਦਗੀ ਦੇ ਢੇਰ ਹੀ ਨਿਕਲਦੇ ਹਨ। ਬੜੀ ਕਿਸਮ ਦੇ ਸਾਡੇ ਅੰਦਰ ਵਿਕਾਰ ਹਨ। ਝੂਠ ਹੈ, ਨਿੰਦਾ ਹੈ, ਆਲਸ ਹੈ, ਕਿਰਪਣਤਾ ਹੈ, ਬੜੇ ਹੀ ਕੋਈ ਗਿਣੇ ਨਹੀਂ ਜਾ ਸਕਦੇ। ਹਾਂਜੀ, ਉਸ ਜਾਲ ਦੇ ਵਿੱਚ ਜੀਵ ਫਸਿਆ ਹੋਇਆ, ਭਰ ਗਿਆ ਪਾਪਾਂ ਦੇ ਨਾਲ, ਲਿਬੜ ਗਿਆ ਹੈ। ਉੱਤੇ ਇੰਨੀ ਪਰਾਲੀ ਜੰਮ ਗਈ ਹੈ, ਇੰਨੇ ਢੇਰ ਲੱਗ ਗਏ ਨੇ। ਉਹ ਜਿਹੜਾ ਆਤਮ ਜਲ ਹੈ ਉਹ ਟਕਿਆ ਹੋਇਆ ਹੈ ਵਿੱਚ ਹੀ, ਪਰ ਪੜਦੇ ਬੜੇ ਪੈ ਗਏ ਹਨ। ਹਾਂਜੀ, ਪੰਜਵੇਂ ਪਾਤਸ਼ਾਹ ਕਹਿੰਦੇ ਇੱਕ ਤਾਂ ਹੰਗਤਾ ਸੀ ਵੀ ਮੈਂ ਬਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਗੋਰਾ ਹਾਂ, ਮੈਂ ਕਾਲਾ ਹਾਂ। ਇਹ ਤਾਂ ਹੰਗਤਾ ਸੀ। ਮਮਤਾ ਵੀ ਨਾਲ ਹੋਈ ਹੈ। ਮਮਤਾ ਕੀ ਹੈ? ਹੰਗਤਾ ਹੁੰਦੀ ਮੈਂ, ਮਮਤਾ ਹੁੰਦੀ ਮੇਰੀ। ਇਹ ਪਤਨੀ ਮੇਰੀ ਹੈ, ਇਹ ਪਰਿਵਾਰ ਮੇਰਾ ਹੈ, ਇਹ ਬੱਚੇ ਮੇਰੇ ਹਨ, ਆਹ ਮਾਂ ਬਾਪ ਮੇਰੇ ਹਨ, ਭੈਣ ਭਾਈ ਮੇਰੇ ਹਨ, ਰਿਸ਼ਤੇਦਾਰ ਮੇਰੇ ਹਨ, ਇਹ ਮਕਾਨ ਮੇਰਾ ਹੈ, ਜ਼ਮੀਨ ਮੇਰੀ ਹੈ। ਇੱਦਾਂ ਫਿਰ ਆਪਣੀਆਂ ਚੀਜ਼ਾਂ ਉੱਤੇ ਅਧਿਕਾਰ ਦਿਖਾਉਂਦਾ ਹੈ। ਕੁਝ ਵੀ ਮੇਰਾ ਨਹੀਂ, ਪਰ ਮੰਨੀ ਬੈਠਾ ਮੇਰਾ ਮੇਰਾ ਕਰੀ ਜਾਂਦਾ। ਹਾਂਜੀ, ਮੇਰੀ ਘਰ ਵਾਲੀ, ਮੇਰੀ ਪਤਨੀ, ਮੇਰੇ ਬੱਚੇ, ਮੇਰਾ ਮਕਾਨ, ਇਸ ਤਰ੍ਹਾਂ ਦੀ ਫਿਰ ਇਹਨੂੰ ਮਮਤਾ ਵੀ ਲੱਗੀ ਹੈ। ਹੰਗਤਾ ਤਾਂ ਪਹਿਲਾਂ ਮੈਂ ਤੇ ਨਾਲ ਹੀ ਲੱਗ ਗਈ ਮੇਰੀ। ਹਾਂਜੀ, ਇਸ ਤਰ੍ਹਾਂ ਆਤਮ ਜਲ ਦੇ ਉੱਤੇ ਬਹੁਤ ਹੀ ਪਰਾਲੀ ਪੈ ਗਈ, ਬਹੁਤ ਹੀ ਪੜਦੇ ਪੈ ਗਏ ਨੇ। ਉਹ ਆਤਮ ਜਲ ਦਿਸਦਾ ਹੀ ਨਹੀਂ ਪਿਆ, ਮੋਟਾ ਪੜਦਾ ਪੈ ਗਿਆ। ਜਿਵੇਂ ਉਹ ਪਰਾਲੀ ਪੈ ਕੇ ਮਿੱਟੀ ਘੱਟਾ ਪੈ ਕੇ ਹੋਰ ਟੁੱਟਾ ਭੱਜਾ ਸਮਾਨ, ਕਈ ਸਰਕੜਾ ਸੁੱਟ ਦਿੰਦੇ, ਕੁਝ ਐਡੀ ਤਹਿ ਲੱਗ ਜਾਂਦੀ, ਵੱਡੀ ਹੋਈ ਜਾਂਦੀ, ਪਾਣੀ ਥੱਲੇ ਟਿਕਿਆ। ਇਹਦੇ ਉੱਤੇ ਬੜੇ ਹੀ ਪੜਦੇ, ਮੋਟੇ ਮੋਟੇ ਪੜਦੇ ਪੈ ਗਏ ਨੇ। ਆਤਮਾ ਦੇ ਦਰਸ਼ਨ ਨਹੀਂ ਹੁੰਦੇ। ਮਹਾਰਾਜ ਕਹਿੰਦੇ ਇਹ ਜਿਹੜੀ ਮੈਂ ਤੇ ਮੇਰੀ ਹੈ, ਇਹ ਇਹੋ ਜਿਹੇ ਚੱਕਰ 'ਚ ਪਾ ਕੇ ਰੱਖਦੀ ਹੈ, ਆਤਮਾ ਤੱਕ ਬਿਰਤੀ ਨਹੀਂ ਪਹੁੰਚਦੀ, ਉੱਥੇ ਤੱਕ ਧਿਆਨ ਹੀ ਨਹੀਂ ਪੜਦਾ। ਇਹ ਐਸਾ ਫਸਿਆ ਇਹਨਾਂ ਦੇ ਜਾਲ ਵਿੱਚ, ਸਾਰੀ ਉਮਰ ਲੰਘ ਜਾਂਦੀ ਹੈ, ਮੈਂ ਮੇਰੀ ਨਹੀਂ ਛੁੱਟਦੀ ਇਹਦੇ ਕੋਲੋਂ। ਹਾਂਜੀ, ਮਹਾਰਾਜ ਕਹਿੰਦੇ ਬਾਬਾ ਮਹਾਦੇਵ ਜੀ ਜਦੋਂ ਕੋਈ ਪੂਰਨ ਸਤਿਗੁਰੂ ਮਿਲਦੇ ਨੇ, ਉਹ ਉਪਦੇਸ਼ ਦੇ ਕੇ ਉਹ ਤਰੀਕਾ ਦੱਸਦੇ ਨੇ ਵੀ ਪਰਾਲੀ ਕਿਵੇਂ ਪਰੇ ਹਟਾਉਣੀ ਹੈ। ਜੇ ਸਿਆਣਾ ਬੰਦਾ ਮਿਲ ਜੇ, ਉਹਨੂੰ ਪੁੱਛੀਏ ਵੀ ਆ ਇੱਕ ਓਡਾ ਜਾਤ ਹੁੰਦੀ, ਓਡਾ ਰਾਜਸਥਾਨ 'ਚ ਓਡ ਕਹਿੰਦੇ ਉਹਨਾਂ ਨੂੰ। 2-3 ਕੰਮ ਕਰਦੇ ਆ ਉਹ, ਭੇਡਾਂ ਬੱਕਰੀਆਂ ਪਾਲਦੇ ਆ, ਇੱਕ ਲੜਾਈ 'ਚ ਗੱਤਕੇ 'ਚ ਡਾਂਗ ਬੜੀ ਪੁੱਠੀ ਮਾਰਦੇ, ਓਡਾਂ ਦੀ ਡਾਂਗ ਬੜੀ ਮਸ਼ਹੂਰ ਹੈ, ਫਾਂਡ ਵੀ ਡਾਂਗ ਮਾਰਦੇ, ਚੰਗੇ ਚੰਗੇ ਗੱਤਕੇ ਬਾਜ ਨਹੀਂ ਉਹਨਾਂ ਨੂੰ ਦਸਤ ਪੰਜਾ ਲੈਂਦੇ। ਇੱਕ ਉਹਨਾਂ ਦਾ ਇਹ ਗੁਣ ਹੁੰਦਾ ਵੀ ਉਹ ਜ਼ਮੀਨ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ, ਇੱਥੋਂ ਮਿੱਟੀ ਚੱਕ ਕੇ ਡਲਾ ਚੱਕ ਕੇ ਦੱਸ ਦਿੰਦੇ ਆ ਵੀ ਖੂਹ ਪੱਟੋਗੇ, ਪਾਣੀ ਖਾਰਾ ਨਿਕਲੇਗਾ, ਮਿੱਠਾ ਨਿਕਲੇਗਾ, ਪਾਣੀ ਬਾਈ ਵਾਲਾ ਹੋਵੇਗਾ, ਪਾਣੀ ਕਿੱਦਾਂ ਦਾ ਹੋਵੇਗਾ। ਉਹ ਖੂਹ ਪੱਟਣ 'ਚ ਮਦਦ ਕਰਦੇ ਆ। ਆਪਣੇ ਪੰਜਾਬ 'ਚ ਆਉਂਦੇ ਆ, ਪਹਿਲਾਂ ਤਾਂ ਉਹਨਾਂ ਦੀ ਬੜੀ ਕਦਰ ਸੀ, ਲੋਕ ਖੂਹ ਲਵਾਉਂਦੇ ਸੀ, ਪਹਿਲਾਂ ਓਡਾਂ ਨੂੰ ਬੁਲਾਉਂਦੇ ਸੀ। ਓਡ ਆ ਕੇ ਮਿੱਟੀ ਚੱਕ ਕੇ ਦੱਸਦੇ ਸੀ ਵੀ ਆਹ ਜਗ੍ਹਾ ਦੇ ਖੂਹ ਜਿਹੜਾ ਹੈ ਨਾ, ਤੁਹਾਨੂੰ ਠੀਕ ਰਹਿਣਾ, ਇਹ ਤੁਸੀਂ ਖੂਹ ਲਵਾ ਲਓ, ਪਾਣੀ ਮਿੱਠਾ ਨਿਕਲੇਗਾ, ਇੱਥੇ ਲਵਾਓਗੇ ਖਾਰਾ ਨਿਕਲੇਗਾ, ਉਹ ਦੱਸ ਦਿੰਦੇ ਸੀ। ਮਹਾਰਾਜ ਦੀ ਬਾਣੀ 'ਚ ਬਚਨ, ਜਿਉਂ ਓਡਾ ਕੂਪ ਗੋਹਜ ਕੱਢੈ, ਤਿਉਂ ਸਤਿਗੁਰ ਵਸਤ ਲਹਾਏ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਪੰਕਤੀ ਆਉਂਦੀ ਬਾਣੀ 'ਚ ਵੀ ਜਿਉਂ ਓਡਾ ਕੂਪ ਗੋਹਜ ਕੱਢ, ਗੁੱਜਾ ਖੂਹ, ਪੁਰਾਣਾ ਖੂਹ ਪਿਆ ਹੋਵੇ, ਉਹ ਵੀ ਦੱਸ ਦਿੰਦੇ ਉਹ ਕਹਿੰਦੇ ਵੀ ਇੱਥੇ ਖੂਹ ਪਹਿਲਾਂ ਬਣਿਆ ਹੋਇਆ ਸੀ,
ਤੁਸੀਂ ਪੱਟੋ ਇੱਥੋਂ ਖੂਹ ਨਿਕਲ ਆਉਣਾ। ਇਹ ਵੀ ਉਹਨਾਂ ਨੂੰ ਪਤਾ ਹੁੰਦਾ। ਕਈ ਵਾਰੀ ਹੁੰਦਾ ਨਾ ਖੂਹ ਦੇ ਉੱਤੇ ਲੋਕ ਪਾ ਦਿੰਦੇ ਆ ਮਿੱਟੀ ਮੁੱਟੀ ਪਾ ਕੇ ਖੂਹ ਪੂਰਤਾ, 100 ਸਾਲ ਬਾਅਦ 200 ਸਾਲ ਬਾਅਦ 500 ਸਾਲ ਬਾਅਦ ਉਹ ਉੱਥੇ ਆਵੇ, ਉਹ ਚੱਕ ਕੇ ਮਿੱਟੀ ਕਹੇਗਾ ਵੀ ਇੱਥੇ ਖੂਹ ਪੱਟੋ, ਖੂਹ ਨਿਕਲਿਆ। ਬਿਲਕੁਲ ਇੱਦਾਂ ਜਿਵੇਂ ਮਾਤਾ ਗੁਜਰੀ ਜੀ ਨੇ ਉੱਥੇ ਲਖਨੌਰ ਸਾਹਿਬ ਖੂਹ ਲਵਾਇਆ। ਕਦੀ ਜਾਓ ਲਖਨੌਰ ਸਾਹਿਬ ਦਰਸ਼ਨ ਕਰੇ ਜੇ, ਮਾਤਾ ਗੁਜਰੀ ਜੀ ਦਾ ਖੂਹ ਹੈ। ਉਸ ਪਾਂਡਵਾਂ ਦੇ ਟਾਈਮ ਦਾ ਖੂਹ ਹੈ, ਜਦੋਂ ਪਾਂਡਵਾਂ ਦਾ ਸਮਾਂ ਸੀ ਨਾ ਮਹਾਭਾਰਤ ਦਾ, ਉਸ ਵੇਲੇ ਦਾ ਖੂਹ ਸੀ, ਪਰ ਉਹ ਦੱਬਿਆ ਹੋਇਆ। ਮਾਤਾ ਜੀ ਉੱਥੇ ਗਏ, ਮਾਤਾ ਜੀ ਕਹਿੰਦੀ ਇੱਥੋਂ ਪੱਟੋ ਖੂਹ ਨਿਕਲੇਗਾ। ਮਾਤਾ ਜੀ ਵੀ ਪੂਰਨ ਸਨ, ਮਾਤਾ ਗੁਜਰੀ ਬ੍ਰਹਮ ਗਿਆਨੀ ਸਨ, ਉਹਨਾਂ ਦਾ ਬਚਨ, ਉਹ ਖੂਹ ਪੱਟਿਆ ਨਿਕਲਿਆ। ਬਾਕੀ ਉਹਦੀ ਮਾਤਾ ਜੀ ਨੇ ਸੇਵਾ ਕਰਾਤੀ। ਅੱਜ ਉਹਦਾ ਨਾਮ ਮਾਤਾ ਗੁਜਰੀ ਜੀ ਦਾ ਖੂਹ ਹੈ। ਬਹੁਤ ਹੀ ਮਿੱਠਾ ਅੰਮ੍ਰਿਤ ਜਲ ਹੈ ਉਸ ਖੂਹ ਦਾ। ਕਹਿਣ ਦਾ ਭਾਵ ਹੈ ਵੀ ਜਿਵੇਂ ਓਡੇ ਖੂਹ ਕੱਢ ਦਿੰਦੇ ਨਾ, ਇੱਦਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੱਸ ਦਿੰਦੇ ਆ ਵੀ ਤੇਰੇ ਇਸੇ ਪਰਾਲੀ ਦੇ ਢੇਰ ਦੇ ਥੱਲੇ ਅੰਮ੍ਰਿਤ ਪਿਆ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉੱਤੇ ਪਰਾਲੀ ਪਈ ਹੋਈ ਹੈ, ਵਿੱਚ ਇਹਦੇ ਅੰਮ੍ਰਿਤ ਜਲ, ਇਹਨੂੰ ਪਰਾਲੀ ਨੂੰ ਪਰੇ ਕਰ, ਥੱਲੇ ਅੰਮ੍ਰਿਤ ਜਲ ਨਿਕਲੇਗਾ। ਹਾਂਜੀ, ਜਲ ਆਤਮ ਪ੍ਰਾਪਤ ਨਿਜ ਮਾਹੇ। ਔਰ ਥੋੜਾ ਬੜਾ ਯਤਨ ਕਰਨਾ ਪਏਗਾ, ਥੋੜਾ ਬੜਾ ਤਾਂ ਪੁੱਟਣਾ ਪਏਗਾ। ਜਲ ਤਾਂ ਹੈ, ਪੁੱਟਣ ਵਾਸਤੇ ਥੋੜੀ ਮਿਹਨਤ ਕਰ। ਮਿਹਨਤ ਕੀ? ਅੰਮ੍ਰਿਤ ਵੇਲੇ ਉੱਠ, ਨਾਮ ਜਪ, ਸੇਵਾ ਕਰ, ਜਿੱਦਾਂ ਜਿੱਦਾਂ ਦੀ ਅਵਸਥਾ ਉਹ ਦੱਸ ਦਿੰਦੇ ਵੀ ਇੱਦਾਂ ਹੋਏਗਾ ਭਾਈ, ਤੈਨੂੰ ਇੱਦਾਂ ਕਰਨਾ ਪਏਗਾ। ਫਿਰ ਜਦੋਂ ਉਹ ਸਾਧਨਾ ਕਰਦਾ, ਹੌਲੇ ਹੌਲੇ ਉਸ ਅੰਮ੍ਰਿਤ ਜਲ ਤੱਕ ਪਹੁੰਚ ਜਾਂਦਾ ਸਿੱਖ। ਹਾਂਜੀ, ਇਹ ਦੋਨੋਂ ਹੋਤੇ ਦੁੱਖ ਕੋ ਭੋਗ ਹੈ। ਕਹਿੰਦੇ ਇਹ ਹਉਮੈ ਮਮਤਾ ਕਰਕੇ ਜੀਵ ਦੁਖੀ ਹੋਇਆ, ਹੋਰ ਕੋਈ ਦਿੱਕਤ ਨਹੀਂ। ਮੈਂ ਔਰ ਮੇਰੀ ਹੀ ਇਹਦੇ ਸਾਰੇ ਪੌੜਿਆਂ ਦੀ ਜੜ ਹੈ। ਹਾਂਜੀ, ਅਤ ਦੁੱਖ ਕੋ ਸੁਖ ਲਖ ਚਿਤ ਚਾਹੇ। ਹਾਂ, ਦੇਖੋ ਕਿੱਡਾ ਜੀਵ ਅਗਿਆਨੀ ਹੈ, ਦੁੱਖ ਨੂੰ ਸੁੱਖ ਸਮਝੀ ਬੈਠਾ। ਇਹ ਕਰਮਾਂ ਦੇ ਬੰਧਨ ਚ, ਆਹ ਕੰਮ ਕਰਾਂ ਮੈਂ ਸੁਖੀ ਹੋ ਜਾਵਾਂਗਾ, ਆਹ ਕੰਮ ਕਰਾਂ ਮੈਂ ਸੁਖੀ ਹੋ ਜਾਵਾਂਗਾ, ਆਹ ਕੰਮ ਕਰਾਂ ਮੈਂ ਸੁਖੀ। ਜਿੰਨੇ ਕੰਮ ਕਰਦਾ ਉਹਦੇ ਹੋਰ ਦੁੱਖ ਨਿਕਲ ਆਉਂਦਾ, ਕਿ ਹੋਰ ਪਰੇਸ਼ਾਨੀ, ਹੋਰ ਚਿੰਤਾ, ਹੋਰ ਕੋਈ ਨਾ ਕੋਈ ਟੈਨਸ਼ਨ ਨਿਕਲ ਆਉਂਦੀ ਹੈ। ਸੁਖੀ ਤਾਂ ਨਹੀਂ ਹੁੰਦਾ ਇਹ। ਆਪਾਂ ਸੋਚਿਆ ਅਮਰੀਕਾ ਚੱਲਾਂਗੇ ਸੁਖੀ ਹੋ ਜਾਣ, ਕਿੰਨੇ ਕੁ ਸੁਖੀ ਹੋ ਗਏ ਇੱਥੇ ਆ ਕੇ ਦੱਸੋ? ਕਿੰਨੇ ਕੁ ਆਪਾਂ ਸੁਖੀ? ਇਹ ਤਾਂ ਇਵੇਂ ਹੀ ਰਹਿੰਦੀ ਗੱਲ। ਇਹ ਤਾਂ ਮਹਾਰਾਜ ਜੀ ਕਿਰਪਾ ਕਰੇ ਤੇ ਆਤਮਾ ਦਾ ਜਲ ਪ੍ਰਾਪਤ ਹੋ ਜਾਵੇ ਤਾਂ ਸੁਖੀ ਹੁੰਦਾ, ਉਦਾਂ ਨਹੀਂ ਸੁਖੀ ਹੁੰਦਾ। ਹਾਂਜੀ, ਬਹਿਰ ਬ੍ਰਿਤ ਤੇ ਉਠ ਹੈ ਵਾਸ਼ਨਾ। ਕਹਿੰਦੇ ਜਦੋਂ ਬਾਹਰ ਮੁਖੀ ਬਿਰਤੀ ਕਰੋਗੇ ਪਦਾਰਥਾਂ ਵੱਲ ਵੀ ਆਹ ਚੀਜ਼ ਬੜੀ, ਉਹਨੂੰ ਹੋਰ ਵਾਸ਼ਨਾ ਨਿਕਲੇਗੀ, ਹੋਰ ਵਾਸ਼ਨਾ ਨਿਕਲੇਗੀ। ਉਹ ਸੁਣਿਆ ਤੁਸੀਂ ਇੱਕ ਸਾਧੂ ਵਿਚਾਰੇ ਨੂੰ ਨਾ ਗੀਤਾ ਦੇ ਗਿਆ ਕੋਈ, ਉਹਨੇ ਕਿਹਾ ਵੀ ਗੀਤਾ ਪੜ੍ਹ ਲਿਆ ਕਰ। ਉਹ ਸਾਧੂ ਨੇ ਗੀਤਾ ਲੈ ਲਈ। ਹੁਣ ਗੀਤਾ ਜਿਹੜੀ ਹੈ ਨਾ ਉਹ ਸਾਂਭਣੀ ਪੈਂਦੀ, ਉਹਦੇ ਚੂਹੇ ਕੁਤਰਦੇ ਸੀਗੇ। ਕਾਗਜ਼ਾਂ ਦੀ ਗੀਤਾ ਪੋਥੀ, ਉਹਨੂੰ ਚੂਹੇ ਕੁਤਰਨ। ਉਹਨੇ ਪੁੱਛਿਆ ਵੀ ਇਹਦਾ ਕੀ ਇਲਾਜ ਹੈ? ਕਿਸੇ ਨੇ ਆਖਿਆ ਬਾਬਾ ਜੀ ਬਿੱਲੀ ਰੱਖੋ। ਉਹਨੇ ਬਿੱਲੀ ਵੀ ਰੱਖ ਲਈ। ਕਹਿੰਦੇ ਹੁਣ ਬਿੱਲੀ ਨੂੰ ਦੁੱਧ ਪਿਆਉਣਾ ਪੈਂਦਾ ਸੀ, ਉਹਦੇ ਵਾਸਤੇ ਫਿਰ ਗਾਂ ਲੈਣੀ ਪਈ। ਉਹ ਗਾਂ ਲਿਆਂਦੀ ਤੇ ਗਾਂ ਨੂੰ ਹੁਣ ਪੱਠੇ ਪਾਉਣੇ ਪੈਂਦੇ ਸੀ, ਉਹਦੇ ਵਾਸਤੇ ਇੱਕ ਨੌਕਰ ਰੱਖਿਆ। ਹੁਣ ਨੌਕਰ ਨੂੰ ਰੋਟੀ ਖਵਾਉਣੀ ਪੈਂਦੀ ਸੀ, ਫਿਰ ਰੋਟੀ ਪਕਾਉਣ ਵਾਲੀ ਵੀ ਆ ਗਈ। ਜਦੋਂ ਰੋਟੀ ਪਕਾਉਣ ਵਾਲੀ ਆ ਗਈ ਤੇ 5-4 ਨਿਆਣੇ ਵੀ ਸੁੱਖ ਨਾਲ ਹੋ ਗਏ। ਉਹ ਜਿਹੜਾ ਸਾਧ ਗੀਤਾ ਦੇ ਗਿਆ ਸੀ ਨਾ, 8-10 ਸਾਲਾਂ ਪਿੱਛੋਂ ਆਇਆ ਤੇ ਅੱਗੇ ਬੜੀ ਰੌਣਕ ਲੱਗੀ ਹੋਈ, ਨਿੱਕੂ ਫਿੱਕੂ ਸੋਨੂ ਮੋਨੂ ਘੁੰਮਦੇ ਫਿਰਨ। ਤੇ ਉਹ ਕਹਿੰਦਾ ਮਹਾਰਾਜ ਉਹ ਮੇਰੀ ਗੀਤਾ ਦਾ ਕੀ ਬਣਿਆ ਸੀ? ਇਹ ਕੀ ਹੈ? ਉਹ ਕਹਿੰਦੇ ਸਭ ਤੁਹਾਡੀ ਗੀਤਾ ਹੀ ਪਸਰੀ ਹੋਈ। ਤਾਂ ਇਹ ਗੀਤਾ ਪਸਰ ਜਾਂਦੀ, ਮਾਇਆ ਦਾ ਜਾਲ ਇਹੋ ਜਿਹਾ। ਗਾਂ ਦੀ ਗਾ ਬੰਦਾ ਕਰ ਲਈਏ, ਫਿਰ ਉਹ ਕਰ ਲਈਏ, ਫਿਰ ਉਹ ਕਰ ਲਈਏ। ਮਮਤਾ, ਇਹ ਕਹਿੰਦੇ ਬੰਧਨ ਫਸਲ ਜਾਂਦੇ, ਬੰਦਾ ਬੰਧਨਾਂ 'ਚ ਫਸਦਾ ਹੀ ਜਾਂਦਾ ਫਿਰ। ਹਾਂਜੀ, ਤਿੰਨ ਅਨੁਸਾਰ ਜਨਮ ਕੋ ਪਾਹੇ। ਕਹਿੰਦੇ ਉਹ ਫਿਰ ਹਉਮੈ ਮਮਤਾ ਤੋਂ ਜਿਹੜੀਆਂ ਵਾਸ਼ਨਾਵਾਂ ਨਿਕਲਦੀਆਂ ਨਾ, ਉਹ ਵਾਸ਼ਨਾ ਰੁਕਦੀ ਨਹੀਂ, ਫਿਰ ਕਰੋੜਾਂ ਤੋਂ ਅਰਬਾਂ ਤੋਂ ਖਰਬਾਂ ਤੱਕ ਚਲੀ ਜਾਂਦੀ। ਉਹਦੇ ਮੁਤਾਬਕ ਫਿਰ ਅਖੀਰ ਵੇਲੇ ਜਦੋਂ ਸਵਾਸ ਨਿਕਲਦੇ ਨੇ, ਉਸ ਵੇਲੇ ਵੀ ਕੋਈ ਵਾਸ਼ਨਾ ਚੱਲ ਰਹੀ ਹੁੰਦੀ ਹੈ। ਜਿਹੜੀਆਂ ਪਿਛਲੀਆਂ ਵਾਸ਼ਨਾਵਾਂ ਉਹ ਵੀ ਐਡ ਹੁੰਦੀਆਂ, ਜਮ੍ਹਾਂ ਹੁੰਦੀਆਂ। ਉਹ ਫਿਰ ਅਗਲਾ ਜਨਮ ਲੈ ਜਾਂਦੇ। ਜਿੱਧਰ ਵਾਸ਼ਨਾ ਉੱਧਰ ਜਨਮ ਹੁੰਦਾ। ਗਾਂ ਫਿਰ ਉਹ ਸਾਰੀਆਂ ਪਿਛਲੀਆਂ ਵਾਸ਼ਨਾ ਨੂੰ ਭੋਗਣ ਦੇ ਲਈ ਯਤਨ ਕਰਦਾ। ਉਹ ਵਾਸ਼ਨਾ ਭੋਗਦਾ ਭੋਗਦਾ ਹੋਰ ਵਾਸ਼ਨਾ ਕਰੀ ਜਾਂਦਾ। ਬਸ ਇਉਂ 84 ਦਾ ਗੇੜਾ ਗਾਂ ਦੀ ਗਾਂ ਚੱਲਦਾ। ਹਾਂਜੀ, ਇਹ ਪਰਦੋ ਤਨ ਹੰਤਾ ਮਮਤਾ ਤਿਆਗੇ। ਮਹਾਰਾਜ ਕਹਿੰਦੇ ਇਹ ਹਉਮੈ ਮਮਤਾ ਦਾ ਪਰਦਾ ਜਿਹੜਾ ਆਤਮ ਜਲ ਨੂੰ ਦਰਸ਼ਨ ਨਹੀਂ ਹੋਣ ਦਿੰਦਾ, ਢੱਕ ਕੇ ਰੱਖਦਾ ਹੈ। ਹਾਂਜੀ, ਤੇ ਆਤਮ ਲਖ ਦੇਤ। ਜਿਹੜੇ ਇਹਨੂੰ ਤਿਆਗ ਦਿੰਦੇ ਉਹ ਆਤਮਾ ਦੇ ਦਰਸ਼ਨ ਕਰ ਲੈਂਦੇ, ਪਰੇ ਕਰਕੇ ਨਾ ਹਉਮੈ ਮਮਤਾ ਨੂੰ, ਮੈਂ ਮੇਰੀ ਨੂੰ ਛੱਡ ਕੇ ਸਿਰਫ ਆਤਮ ਸਰੂਪ ਦੇ ਦਰਸ਼ਨ ਕਰ ਲੈਂਦੇ ਹਨ। ਮਨ ਕੋ ਇੰਦਰੀਆ ਸੰਗ
ਬੰਦਜ। ਕਿਉਂਕਿ ਮਨ ਦਾ ਇੰਦਰੀਆਂ ਦੇ ਨਾਲ ਸੰਬੰਧ ਹੈ। ਮਨ ਫੁਰਨਾ ਕਰਦਾ, ਇੰਦਰੀਆਂ ਕਿਰਿਆ ਕਰਦੀ। ਮਨ ਕਹਿੰਦਾ ਦੇਖ, ਅੱਖਾਂ ਦੇਖਣ ਲੱਗ ਜਾਂਦੀ। ਮਨ ਕਹਿੰਦਾ ਸੁਣੋ, ਸੁਣ ਲੱਗ ਜਾਂਦੀ। ਜਾਂ ਕੋਈ ਚੀਜ਼ ਅੱਖਾਂ ਦੇ ਸਾਹਮਣੇ ਆਉਂਦੀ ਹੈ, ਉਹ ਅੱਖਾਂ ਦੇਖ ਕੇ ਉਹ ਮਨ ਨੂੰ ਸੁਚੇਤ ਕਰ ਦਿੰਦੀ ਹੈ। ਮਨ ਉੱਧਰ ਸੋਚਣ ਲੱਗ ਜਾਂਦਾ। ਮਨ ਦਾ ਤੇ ਇੰਦਰੀਆਂ ਦਾ ਸੰਬੰਧ ਬੜਾ ਡੂੰਘਾ ਹੈ। ਹਾਂਜੀ, ਇਹ ਬੰਧਨ ਅਤਿਸ਼ੈ ਦੁਖ ਦੇ। ਇਹ ਬੜਾ ਵੱਡਾ ਬੰਧਨ ਹੈ। ਇਹ ਬੜਾ ਦੁੱਖ ਦਿੰਦਾ। ਅੱਖਾਂ ਦੇ ਕੰਟਰੋਲ ਕਰਨਾ, ਕੰਨਾਂ ਤੇ ਕਰਨਾ, ਹੱਥਾਂ ਪੈਰਾਂ ਤੇ, ਜੀਭ ਤੇ, ਨੱਕ ਤੇ, ਚਮੜੀ ਤੇ ਬੜਾ ਔਖਾ। ਇਹ ਬੰਧਨ ਗਾਂ ਦੀ ਗਾਂ ਪਈ ਜਾਂਦੇ ਆ। ਹਾਂਜੀ, ਇੰਦਰੀਆਂ ਤੇ ਹਟ ਕਰ ਹੋਏ ਫਿਰ ਜਬ। ਜਦੋਂ ਕਿਸੇ ਦੀ ਬਿਰਤੀ ਇੰਦਰੀਆਂ ਵੱਲੋਂ ਹਟ ਕੇ ਆਤਮਾ ਵੱਲ ਜਾਂਦੀ, ਮਨ ਦੀ ਬਿਰਤੀ ਇਧਰੋਂ ਉਧਰ ਜਾਂਦੀ ਹੈ, ਅੰਦਰ ਦੇਖਦੀ ਹੈ। ਹਾਂਜੀ, ਟਿਕ ਜਾਵੇ ਮਨ ਹਿਰਦੇ ਨਿਕੇਤ। ਉਦੋਂ ਇਹ ਟਿਕ ਜਾਂਦੀ ਹੈ। ਜਦ ਬਾਹਰ ਦੇਖੋਗੇ ਭਟਕੋਗੇ, ਅੰਦਰ ਦੇਖੋਗੇ ਟਿਕੋਗੇ। ਜਦੋਂ ਬਿਰਤੀ ਆਪਣੇ ਅੰਦਰ ਆਤਮਾ ਨੂੰ ਦੇਖਦੀ ਹੈ, ਫਿਰ ਟਿਕ ਜਾਂਦਾ ਮਨ, ਸ਼ਾਂਤੀ ਮਿਲ ਜਾਂਦੀ ਇਸ ਨੂੰ। ਹਾਂਜੀ, ਸੋ ਮੁਕਤੀ ਹੈ ਸੁਖਦ ਪਰਮਗਤ। ਉਹ ਅਸਲ ਮੁਕਤੀ ਹੈ, ਪਰਮ ਗਤੀ ਹੈ। ਜਦੋਂ ਆਤਮਾ ਵਿੱਚ, ਸਰੂਪ ਵਿੱਚ ਬਿਰਤੀ ਲੀਨ ਹੋ ਜਾਂਦੀ ਹੈ, ਫਿਰ ਆਵਣ ਜਾਣਾ, ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਇ ਦਿਖਾਇਆ ਥਾ। ਅਨਭਉ ਅਚਰਜ ਰੂਪ ਪ੍ਰਭ ਵੇਖਿਆ, ਮੇਰਾ ਮਨ ਛੋੜ ਨ ਕਤਹੂ ਜਾਇਆ ਥਾ। ਵਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ। ਮੋਲ ਅਮੋਲ ਨ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਹਾਂਜੀ, ਕਹਿਤ ਸੰਤ ਸਭ ਵੇਦ ਸਮੇਤ। ਇਹ ਗੱਲ ਸਾਰੇ ਮਹਾਂਪੁਰਸ਼ ਸੰਤ ਵੀ ਕਹਿੰਦੇ, ਔਰ 4 ਵੇਦ ਵੀ ਫਰਮਾਉਂਦੇ ਹਨ। ਬੁੱਧ ਤੇ ਗਏ ਆਤਮ ਬ੍ਰਹਮ ਜੂ। ਹਾਂ, ਕਹਿੰਦੇ ਜਿਹੜੀ 2 ਤਰ੍ਹਾਂ ਦੀ ਬੁੱਧੀ ਹੈ। ਇੱਕ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਲੀ ਬੁੱਧੀ ਹੈ। ਉਹਨੂੰ ਇਹ ਪਤਾ ਲੱਗਦਾ ਇਹ ਕੱਪੜਾ ਹੈ, ਇਹ ਬੰਦਾ ਹੈ, ਇਸਤਰੀ ਹੈ, ਗੋਰਾ ਹੈ, ਕਾਲਾ ਹੈ, ਦਿਨ ਹੈ, ਰਾਤ ਹੈ। ਹਰ ਚੀਜ਼ ਨੂੰ ਜੋ ਪਦਾਰਥਾਂ ਦਾ ਨਾਂ ਰੱਖਦੀ ਹੈ, ਬੁੱਧੀ ਰੱਖਦੀ ਹੈ ਨਾ। ਆਪਾਂ ਜਿੰਨੇ ਨਾਂ ਰੱਖੇ ਚੀਜ਼ਾਂ ਦੇ, ਵੀ ਇਹ ਕੱਪੜਾ ਹੈ, ਇਹ ਚੋਲਾ ਹੈ, ਇਹ ਜਾਕਟ ਹੈ, ਇਹ ਪੱਗ ਹੈ, ਇਹ ਇਸਤਰੀ ਹੈ, ਇਹ ਪੁਰਸ਼ ਹੈ, ਇਹ ਕਾਲਾ ਹੈ, ਗੋਰਾ ਹੈ, ਬੁੱਧੀ ਦੇ ਨਾਂ ਰੱਖੇ ਹੋਏ। ਇਹ ਪਦਾਰਥਾਂ ਨੂੰ ਵਿਸ਼ੇ ਕਰਨ ਵਾਲੀ ਬੁੱਧੀ ਹੈ। ਦੂਜੀ ਵੀ ਬੁੱਧੀ ਗੁਰੂ ਤੋਂ ਮਿਲਦੀ ਹੈ, ਉਹ ਆਤਮਾ ਨੂੰ ਦੇਖੇਗੀ, ਉਹ ਸਿਰਫ ਆਤਮਾ ਨੂੰ ਦੇਖਦੀ ਹੈ। ਜਿਸ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਉਹ ਕਹਿੰਦੇ ਉਹ ਆਤਮਾ ਨੂੰ ਦੇਖ ਕੇ ਫਿਰ ਨਿਹਾਲ ਨਿਹਾਲ ਹੋ ਜਾਂਦੇ। ਉਹ ਬੁੱਧੀ ਆਤਮਾ ਨੂੰ ਦਰਸ਼ਨ ਕਰਦੀ, ਆਤਮਾ ਨੂੰ ਅਨੁਭਵ ਕਰਦੀ ਹੈ। ਹਾਂਜੀ, ਨਹਿ ਕਿਸ ਇੰਦਰੀ ਵਿਸ਼ ਵਿਚਾਰ। ਕਿਉਂਕਿ ਇਹ ਕਿਸੇ ਇੰਦਰੀ ਦਾ ਵਿਸ਼ਾ ਨਹੀਂ। ਆਤਮਾ ਅੱਖਾਂ ਨਾਲ ਦੇਖੀ ਨਹੀਂ ਜਾ ਸਕਦੀ, ਆਤਮਾ ਕੰਨਾਂ ਨਾਲ ਸੁਣੀ ਵੀ ਨਹੀਂ ਜਾ ਸਕਦੀ, ਆਤਮਾ ਚਮੜੀ ਨਾਲ ਛੂਈ ਵੀ ਨਹੀਂ ਜਾ ਸਕਦੀ, ਆਤਮਾ ਜੀਭ ਨਾਲ ਚੱਖੀ ਵੀ ਨਹੀਂ ਜਾ ਸਕਦੀ, ਆਤਮਾ ਨੱਕਾਂ ਨਾਲ ਸੁੰਘੀ ਵੀ ਨਹੀਂ ਜਾ ਸਕਦੀ, ਆਤਮਾ ਮਨ ਦੀ ਪਕੜ ਵਿੱਚ ਵੀ ਨਹੀਂ ਆਉਂਦੀ, ਆਤਮਾ ਬੁੱਧੀ ਦੀ ਪਕੜ ਵਿੱਚ ਵੀ ਨਹੀਂ ਆਉਂਦੀ। ਆਤਮਾ ਤਾਂ ਸਿਰਫ ਆਪਣਾ ਹੀ ਅਨੁਭਵ ਹੈ। ਹਜੂਰ ਕਲਗੀਧਰ ਕਹਿੰਦੇ ਚੱਕਰ ਚੇਨ ਅਰ ਵਰਨ ਜਾਤ ਅਰ ਬਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਵੇਖ ਕੋ ਕਹਿ ਨਾ ਸਕਤ ਕਹਿ। ਅਜਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ। ਇੰਨਾ ਅਮਿਤ ਉਹਦਾ ਓਜ ਹੈ, ਇਤਨਾ ਬਲ ਹੈ ਕਿ ਉਹ ਕਿਹਾ ਨਹੀਂ ਜਾ ਸਕਦਾ। ਸਿਰਫ ਅਨੁਭਵ ਪ੍ਰਕਾਸ਼ ਹੈ, ਅਨੁਭਵ ਹੀ ਹੁੰਦਾ, ਫੀਲ ਹੀ ਹੁੰਦਾ, ਮਹਿਸੂਸ ਹੀ ਹੁੰਦਾ। ਹਾਂਜੀ, ਗਿਆਤਾ ਪਾਏ ਆਨੰਦ ਉਦਦ ਕੀ। ਜਦੋਂ ਆਤਮ ਸਰੂਪ ਦਾ ਗਿਆਨ ਹੁੰਦਾ ਹੈ, ਉਸ ਆਨੰਦ ਦੇ ਸਾਗਰ ਨੂੰ, ਗਿਆਨ ਨੂੰ ਪ੍ਰਾਪਤ ਕਰਕੇ, ਉਹਦਾ ਗਿਆਤਾ ਹੋ ਕੇ ਤਤਸ਼ਿਨ ਮਿਲ ਹੈ ਤਾਹਿ ਮਚਾਰ। ਉਹਦੇ ਵਿੱਚ ਹੀ ਜਾ ਕੇ ਮਿਲ ਜਾਂਦਾ ਹੈ। ਚਲੀ ਪੂਤਰੀ ਲੋਨ ਕੀ ਸਾਹ ਸਿੰਧ ਕੀ ਲੈਣ, ਪੜ ਆਪੇ ਭਈ ਆਪ ਆਪੇ ਭਈ ਪਲਟ ਕਹੈ ਕੋ ਹੈ। ਕਹਿੰਦੇ ਲੂਣ ਦੀ ਪੁਤਲੀ ਸਮੁੰਦਰ 'ਚ ਗਈ ਸੀ ਉਹਦੀ ਡੂੰਘਾਈ ਨਾਪਣ ਵਾਸਤੇ। ਲੂਣ ਦੀ ਪੁਤਲੀ ਸਮੁੰਦਰ 'ਚ ਗਈ ਸੀ, ਉਹ ਸਮੁੰਦਰ ਦੀ ਡੂੰਘਾਈ ਵੇਖਣ ਲਈ, ਵਾਪਸ ਕੋਈ ਨਹੀਂ ਆਈ। ਕਿਵੇਂ ਵਾਪਸ ਆਵੇ? ਸਮੁੰਦਰ 'ਚ ਜਾ ਕੇ ਸਮੁੰਦਰ ਹੀ ਬਣ ਗਈ ਹੈ। ਇਸ ਤਰ੍ਹਾਂ ਆਤਮਾ ਵਿੱਚ ਜਾ ਕੇ ਬਿਰਤੀ ਆਤਮ ਰੂਪ ਹੋ ਜਾਂਦੀ ਹੈ। ਵਾਪਸ ਆ ਕੇ ਕਹਿ ਨਹੀਂ ਸਕਦਾ ਕਿ ਕਿੱਦਾਂ ਦੀ ਹੈ। ਉੱਥੇ ਤਾਂ ਫਿਰ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਹਾਨ। ਕਰੋੜਾਂ ਇੰਦਰ, ਕਰੋੜਾਂ ਰਾਜੇ, ਕਰੋੜਾਂ ਵਿਸ਼ਨੂੰ, ਕਰੋੜਾਂ ਬ੍ਰਹਮੇ ਉੱਥੇ ਫਿਰ ਹੱਥ ਜੋੜ ਕੇ ਖੜੇ ਹੁੰਦੇ ਹਨ। ਐਸਾ ਉਹ ਸਰੂਪ ਅਕਾਲ ਪੁਰਖ ਦਾ, ਜਨ ਝਿਲਮਿਲ ਕਾਰ ਤੇ ਸੰਤਾ ਤੇ ਅਨਹਦ ਸ਼ਬਦ ਬਜੰਤਾ। ਹਾਂਜੀ, ਨਹੀਂ ਬਾਸ਼ਨਾ ਉਠ ਹੈ ਬਹੁਰ ਕਾ
ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਮੁੜ ਕੇ ਕੋਈ ਬਾਸ਼ਨਾ ਹੁੰਦੀ ਨਹੀਂ, ਉੱਠਦੀ ਨਹੀਂ, ਕੋਈ ਫੁਰਨਾ ਉੱਠਦਾ ਹੀ ਨਹੀਂ, ਸਾਰੇ ਫੁਰਨੇ ਸ਼ਾਂਤ ਹੋ ਜਾਂਦੇ, ਸਮੁੰਦਰ ਟਿਕ ਜਾਂਦਾ, ਬ੍ਰਹਮ ਰੂਪ ਬੂੰਦ ਸਾਗਰ ਵਿੱਚ ਜਾ ਕੇ ਰਲ ਜਾਂਦੀ ਹੈ। ਹਾਂਜੀ, ਜਨਮ ਮਰਨ ਨਹ ਹੋਏ ਸੰਸਾਰ। ਫਿਰ ਜਨਮ ਮਰਨ ਨਹੀਂ ਹੁੰਦਾ, ਸੰਸਾਰ ਹੀ ਨਹੀਂ ਰਹਿੰਦਾ ਤੇ ਸੰਸਾਰ ਕਿੱਥੋਂ ਹੋਣਾ, ਕਿਉਂਕਿ ਸੰਸਿਆਂ ਤੋਂ ਹੀ ਸੰਸਾਰ ਹੈ ਨਾ। ਸੰਸਾਰ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ, ਜਦੋਂ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ, ਜਦੋਂ ਪਰਮੇਸ਼ਰ ਦੇ ਸਰੂਪ ਦਾ ਦਰਸ਼ਨ ਹੁੰਦਾ, ਸੰਸੇ ਮਿਟ ਜਾਂਦੇ, ਸੰਸਾਰ ਮਿਟ ਜਾਂਦਾ, ਉਦੋਂ ਅਵਸਥਾ ਹੁੰਦੀ ਹੈ ਜਬ ਆਕਾਰ ਇਹੋ ਕੱਛ ਨਾ ਦ੍ਰਿਸ਼ਟੇਤਾ। ਇਹ ਦਿਸਦਾ ਹੀ ਨਹੀਂ, ਪਤਾ ਹੀ ਨਹੀਂ। ਬ੍ਰਹਮ ਗਿਆਨੀ ਰਾਮ ਕੌਰ ਸਾਹਿਬ ਜੀ ਸਾਰਾ ਡੇਰਾ ਤੁਰਕ ਲੈ ਗਏ ਚੁੱਕ ਕੇ। ਜਦੋਂ ਸੂਬੇ ਨੂੰ ਪਤਾ ਲੱਗਾ, ਮਾਫੀ ਮੰਗਣ ਆਇਆ, ਕਹਿੰਦਾ ਜੀ ਤੁਹਾਡਾ ਡੇਰਾ ਲੁੱਟ ਕੇ ਲੈ ਗਏ, ਅੱਖਾਂ ਬੰਦ ਸੀਗੀਆਂ। ਉਹਨੇ 3-4 ਵਾਰੀ ਕੰਨਾਂ 'ਚ ਜਾ ਕੇ ਰੌਲਾ ਪਾਇਆ, ਮਹਾਰਾਜ ਤੁਹਾਡਾ ਡੇਰਾ ਸਾਡੇ ਸਿਪਾਹੀ ਲੈ ਗਏ, ਦੱਸੋ ਵਾਪਸ ਕਰਾ ਦਈਏ। ਅੱਖਾਂ ਖੁੱਲੀਆਂ, ਕਹਿੰਦੇ ਕਿਆ, ਕੀ ਲੁੱਟਿਆ? ਕਹਿੰਦੇ ਜੀ ਤੁਹਾਡਾ ਡੇਰਾ ਲੁੱਟਿਆ। ਕਹਿੰਦੇ ਅੱਖਾਂ ਸੀਗੀਆਂ ਬਾਜ਼ਾਂ ਵੱਲ ਸਾਹਮਣੇ, ਉਹ ਜਿਹੜੇ ਸ਼ਿਕਾਰ ਖੇਡਣ ਭਾਈ ਸਾਹਿਬ ਬਾਜ਼ ਲੈ ਜਾਂਦੇ ਸੀ ਨਾ, ਉਹਨਾਂ ਵੱਲ ਧਿਆਨ ਗਿਆ। ਉਹ ਕਹਿੰਦੇ ਸਾਡੇ ਨਾ ਬਾਜ਼ਾਂ ਦੀਆਂ ਡੋਰਾਂ ਤੇ ਅੱਡੇ ਲੈ ਗਏ, ਉਹ ਵਾਪਸ ਕਰਾ ਦੇ। ਸੂਬੇ ਨੂੰ ਕਹਿੰਦੇ ਲਾਹੌਰ ਦੇ ਨੂੰ, ਸੋ ਲੁੱਟ ਗਏ ਨਾ ਦਿਖਿਤ ਗੋਏ ਆਡੇ ਇਨ ਬਾਜਨ ਕੇ ਜੋਏ, ਆਡੇ ਡੋਰਾਂ ਦਿਓ ਮੰਗਾਏ ਹੈ। ਉਹ ਕਹਿੰਦਾ ਲੱਖਾਂ ਦਾ ਧਨ ਘਰ ਚੋਂ ਚਲਾ ਗਿਆ, ਲੰਗਰ ਦੇ ਭਾਂਡੇ ਵੀ ਚੁੱਕ ਕੇ ਲੈ ਗਏ, ਮੱਝਾਂ ਗਾਵਾਂ ਸੈਂਕੜੇ ਖੋਲ ਕੇ, ਘੋੜੀਆਂ ਲੈ ਗਏ, ਸਾਰਾ ਸਮਾਨ ਚੁੱਕ ਕੇ ਲੈ ਗਏ। ਇਹਨਾਂ ਦਾ ਲੱਖਾਂ ਦਾ ਧਨ ਜਿਹਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਉਹਨੂੰ ਦਿਸਦਾ ਹੀ ਨਹੀਂ। ਬ੍ਰਹਮ ਗਿਆਨੀ ਨੂੰ ਸੰਸਾਰ ਦਿਸਦਾ ਹੀ ਨਹੀਂ ਕਿ ਹੈ ਜਾਂ ਨਹੀਂ। ਆਖੋ ਸ੍ਰੀ ਵਾਹਿਗੁਰੂ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਉਸ ਅਵਸਥਾ 'ਚ ਫਿਰ ਪਾਪ ਪੁੰਨ ਤਬ ਕਹਤੇ ਹੋ। ਤਾਂ ਪਾਪ ਪੁੰਨ ਕਾਹਦਾ? ਪਾਪ ਪੁੰਨ ਦੇ ਮਹੱਤਤਾ ਨੂੰ ਹੈ। ਪੁੰਨ ਵੀ ਹੈ, ਚੰਗਾ ਕਰਾਂਗੇ ਪੁੰਨ ਹੈ, ਮਾੜਾ ਕਰਾਂਗੇ ਪਾਪ ਹੈ। ਬ੍ਰਹਮ ਗਿਆਨੀ ਨੂੰ ਕਾਹਦਾ ਪਾਪ ਹੈ? ਬ੍ਰਹਮ ਗਿਆਨੀ ਨੂੰ ਕਾਹਦਾ ਪੁੰਨ? ਉਹਨੂੰ ਸੰਸਾਰ ਦਿਸਦਾ ਹੀ ਹੈ ਹੀ ਨਹੀਂ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਧ, ਉਹ ਸਮੁੰਦਰ 'ਚ ਲੀਨ ਹੋ ਚੁੱਕਾ, ਉਹ ਵਾਪਸ ਨਹੀਂ ਹੁਣ ਆ ਸਕਦਾ। ਹਾਂਜੀ, ਸਾਰ ਅਸਾਰ ਵਿਚਾਰ ਧਾਰ ਕਰ। ਸਾਰ ਤੇ ਅਸਾਰ, ਸਹੀ ਤੇ ਗਲਤ, ਦੁੱਧ ਤੇ ਪਾਣੀ ਨੂੰ ਵੱਖਰਾ ਵੱਖਰਾ ਕਰ ਲਿਆ। ਸਾਰ ਆਤਮਾ ਹੈ, ਝੂਠ ਸਰੀਰ ਹੈ। ਸਰੀਰ ਨੂੰ ਛੱਡ ਦਿੱਤਾ, ਆਤਮਾ ਨੂੰ ਜਾਣ ਲਿਆ। ਹਾਂਜੀ, ਸਾਰਗ ਹੈ ਸਭ ਤਿਆਗ ਅਸਾਰ। ਉਹਨਾਂ ਨੇ ਅਸਾਰ ਨੂੰ ਤਿਆਗ ਕੇ ਸਾਰ ਨੂੰ, ਭਾਵ ਦੁੱਧ ਦੇ ਵਿੱਚੋਂ ਮੱਖਣ ਕੱਢ ਲਿਆ, ਲੱਸੀ ਛੱਡ ਦਿੱਤੀ। ਸੰਤੋ ਮੱਖਣ ਖਾਇਆ ਛਾਛ ਪੀਆ ਸੰਸਾਰ। ਸੰਸਾਰ ਲੱਸੀ ਪੀ ਵੀ ਜਾਂਦਾ, ਸੰਤ ਮੱਖਣ ਖਾ ਗਏ। ਹਾਂਜੀ, ਅੰਤਰ ਬ੍ਰਿਤੀ ਹੋਏ ਕਰ ਜਾਨਹੁ। ਹਾਂ, ਮਹਾਰਾਜ ਕਹਿੰਦੇ ਬਾਬਾ ਮਹਾਦੇਵ ਜੀ ਜਦੋਂ ਬਿਰਤੀ ਅੰਦਰ ਜਾਂਦੀ ਹੈ, ਉਸ ਵੇਲੇ ਉਸ ਰੂਪ ਨੂੰ ਜਾਣੀਦਾ ਹੈ। ਹਾਂਜੀ, ਬਾਹਰ ਨਹੀਂ ਕੁਛ ਸਭ ਇਸ ਮਾਹੇ। ਹਾਂ, ਬਾਹਰ ਕੁਛ ਵੀ ਨਹੀਂ, ਸਾਰਾ ਕੁਝ ਇਸੇ ਸਰੀਰ ਦੇ ਅੰਦਰ ਹੈ। ਮਤਾ ਕਿਤੇ ਰੱਬ ਨੂੰ ਬਾਹਰ ਲੱਭਣ ਲੱਗ ਜਾਓ, ਕਾਹੇ ਦੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਪੋਹਪ ਮੱਧ ਜਿਉ ਬਾਸ ਬਸਦਾ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਦਰ, ਘਟ ਹੀ ਖੋਜੋ ਪਾਈ। ਫੁੱਲ ਦੀ ਖੁਸ਼ਬੂ ਫੁੱਲ ਦੇ ਅੰਦਰ ਹੀ ਹੈ, ਬਾਹਰ ਨਹੀਂ। ਪਰਮੇਸ਼ਰ ਇਸੇ ਸਰੀਰ ਦੇ ਅੰਦਰ, ਤੇਰੇ ਅੰਦਰ ਹੀ ਹੈ, ਬਾਹਰ ਨਹੀਂ। ਹਾਂਜੀ, ਮਹਾਦੇਵ ਸੁਨ ਦ੍ਰਿਗ ਜੁਗ ਮੁੰਦੇ। ਬਾਬਾ ਮਹਾਦੇਵ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਅੱਖਾਂ ਬੰਦ ਕਰ ਲਈਆਂ। ਅੰਤਰ ਬ੍ਰਿਤ ਤੇ ਬਾਹਰ ਨ ਆਹੇ। ਬਿਰਤੀ ਅੰਦਰ ਚਲੀ ਗਈ ਤੇ ਬਾਹਰ ਬਿਰਤੀ ਆਈ ਨਹੀਂ। ਤਤ ਛਿਨ ਲਗੀ ਸਮਾਧ ਅਚਲ ਚਿਤ। ਗੁਰੂ ਅਰਜਨ ਸਾਹਿਬ ਦੇ ਬਚਨ ਸੁਣਦਿਆਂ ਸੁਣਦਿਆਂ ਦੀ ਸਮਾਧੀ ਲੱਗ ਗਈ ਬਾਬਾ ਮਹਾਦੇਵ ਜੀ ਦੀ। ਰਸ ਕੋ ਪਾਏ ਤਜਤ ਸੋ ਨਾਹੇ। ਚਿਤ ਬਿਰਤੀਆਂ ਅਚਲ ਹੋ ਗਈਆਂ, ਉਸ ਰਸ ਨੂੰ ਪਾ ਕੇ ਟਿਕ ਗਏ ਹਨ। ਬੀਤ ਗਏ ਜੁਗ ਜਾਮ ਥਿਰਿਓ ਜਬ। ਇਸੇ ਤਰ੍ਹਾਂ ਚੌਂਕੜੇ 'ਚ ਬੈਠਿਆਂ 2 ਪਹਿਰ ਬੀਤ ਗਏ, 6 ਘੰਟੇ ਬੈਠੇ ਰਹੇ ਸਮਾਧੀ 'ਚ ਬਾਬਾ ਜੀ। ਸਰੀਰ ਦਾ ਪਤਾ ਹੀ ਨਹੀਂ ਵੀ ਸਰੀਰ ਹੈ। ਹਾਂਜੀ, ਸ਼੍ਰੀ ਅਰਜਨ ਤਬ ਕਹਿ ਕਰ ਬਾਹੇ। ਮਹਾਰਾਜ ਨੇ ਬਾਂਹ ਫੜੀ ਪੰਜਵੇਂ ਪਾਤਸ਼ਾਹ ਨੇ ਫਿਰ। ਹਾਂਜੀ, ਤਨ ਬ੍ਰਿਤ ਤੁਮਰੀ ਗੁਰ ਸੁਤ ਹੋ। ਤੇ ਕਹਿਣ ਲੱਗੇ ਭਰਾ ਜੀ ਧੰਨ ਹੋ ਤੁਸੀਂ, ਧੰਨ ਗੁਰੂ ਰਾਮਦਾਸ ਪਿਤਾ ਦੇ ਪੁੱਤਰ ਹੋ ਨਾ, ਇਸ ਕਰਕੇ ਤੁਹਾਡੀ ਇੰਨੀ ਛੇਤੀ ਗੱਲ ਬਣ ਗਈ ਹੈ। ਹਾਂਜੀ, ਕਹੇ ਤਨਕ ਤੇ ਉਪਜਿਓ ਗਿਆਨ। ਥੋੜਾ ਜਿਹਾ ਅਸੀਂ ਬਚਨ ਕੀਤਾ, ਤੁਹਾਡੀ ਬਿਰਤੀ ਜੁੜ ਗਈ ਹੈ। ਇਹ ਗਿਆਨ ਹਜ਼ਾਰਾਂ ਜਨਮਾਂ 'ਚ ਨਹੀਂ ਆਉਂਦਾ, ਜਿਹੜਾ ਤੁਹਾਨੂੰ ਪਲ ਭਰ ਵਿੱਚ ਪ੍ਰਾਪਤ ਹੋ ਗਿਆ। ਇਹਦਾ ਇੱਕੋ ਹੀ ਕਾਰਨ ਹੈ, ਤੁਸੀਂ ਜੀਓ ਨਿਰਮਲ, ਬਾਹਰੋਂ ਨਿਰਮਲ। ਭਾਂਡਾ ਸਾਫ਼ ਸੀਗਾ, ਵਸਤੂ ਪੈ ਗਈ ਹੈ। ਹਾਂਜੀ, ਲਹੋ ਸਮਾਧ ਬਹਿਰ ਕੀ ਅਬ ਤੁਮ। ਹੁਣ ਬਾਹਰਲੀ ਸਮਾਧੀ, ਅੰਦਰਲੀ ਸਮਾਧੀ ਦਾ ਦੇਖ ਲਈ ਤੁਸੀਂ, ਹੁਣ ਬਾਹਰਲੀ ਵੀ ਦੇਖ ਲਓ। ਹੁਣ ਬਾਹਰਲੀ ਸਮਾਧੀ ਆਉਂਦੀ ਹੈ,
ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀਆ। ਇਹ ਪੰਕਤੀਆਂ ਪੜ੍ਹ ਕੇ ਮੇਰੇ ਵਰਗੇ ਤੇ ਸਾਰੇ ਅਸੀਂ ਸਾਧ ਸੰਗਤ ਜੀ ਮਾਫ ਕਰਨਾ, ਜਿਹੜੀ ਤੁਸੀਂ ਕਥਾ ਸੁਣੀ ਹੈ ਨਾ, ਇਹ ਇਸ ਗੱਲ ਦੀ ਗਰੰਟੀ ਹੈ ਵੀ ਮੈਨੂੰ ਗਿਆਨ ਕੋਈ ਨਹੀਂ ਹੋਇਆ। ਕਿਉਂ? ਜੇ ਗਿਆਨ ਹੋਵੇ ਮੈਂ ਬੋਲ ਨਹੀਂ ਸਕਦਾ। ਪੁਤਲੀ ਗਈ ਸਮੁੰਦਰ ਚੋਂ ਵਾਪਸ ਥੋੜਾ ਆਏਗੀ। ਜਿਹੜਾ ਬੋਲਦਾ ਪਿਆ ਦਾ ਮਤਲਬ ਇਹਦਾ ਮੂੰਹ ਖਾਲੀ ਹੈ। ਭਾਈ ਗੁਰਦਾਸ ਜੀ ਕਹਿੰਦੇ ਮੂੰਹ ਕਰ ਭਰਿਆ ਕਿਉਂ ਬੋਲੀਐ, ਰਸ ਜੀਭ ਰਸਾਲੀ। ਲੱਡੂ ਮੂੰਹ 'ਚ ਪਾਇਆ ਹੋਵੇ ਫਿਰ ਗੱਲਾਂ ਥੋੜਾ ਹੁੰਦੀਆਂ, ਗੱਲਾਂ ਉਹੀ ਕਰਨਾ ਮੂੰਹ ਖਾਲੀ ਹੋਵੇ। ਸੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਉਹ ਇਹ ਗੱਲਾਂ ਅਨੁਭਵ ਕਰਦੇ ਆ, ਸਾਡੇ ਵਰਗੇ ਸਿਰਫ ਸੁਣਾ ਕੇ ਪੈਸੇ ਇਕੱਠੇ ਕਰਦੇ ਆ। ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਅੰਤਰਮੁਖੀ ਬਿਰਤੀ ਇੱਕਦਮ ਲੱਗ ਗਈ ਸਮਾਧੀ। ਫਿਰ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ। ਮਹਾਰਾਜ ਕਹਿੰਦੇ ਬਾਬਾ ਜੀ ਹੁਣ ਬਾਹਰਲੀ ਸਮਾਧੀ ਦੇ ਵੀ ਦਰਸ਼ਨ ਕਰੋ, ਬਾਹਰ ਵੀ ਦੇਖੋ। ਅੰਦਰਲੀ ਸਮਾਧੀ ਦੇਖ ਲਈ, ਅੰਦਰ ਪਰਮੇਸ਼ਰ ਦੇਖਿਆ, ਹੁਣ ਬਾਹਰ ਵੀ ਦੇਖੋ। ਇੱਕੋ ਰੂਪ ਹੀ ਅੰਦਰ ਬਾਹਰ, ਸੋ ਅੰਤਰ ਸੋ ਬਾਹਰ ਅਨੰਤ। ਘਟ ਘਟ ਪਿਆ ਪਰਿਆ ਭਗਵੰਤ, ਧਰਨ ਮਾਏ ਆਗਾਸ਼ ਪਿਆਰ। ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ। ਜੈਸੀ ਆਗਿਆ ਤੈਸਾ ਕਰੋ, ਪੌਣ ਪਾਣੀ ਵੈ ਸੰਤਰ ਮਾਹੇ। ਸਾਰੀ ਜਗ੍ਹਾ ਤੇ ਮਹਾਰਾਜ ਚਾਰ ਕੁੰਡ ਦਾ ਤਿਸੇ ਸਮਾਹੇ, ਤਿਸ ਤੇ ਭੈਨੇ ਹੀ ਕੋਠਾਓ, ਗੁਰ ਪ੍ਰਸਾਦ ਨਾਨਕ ਸੁਣਾਓ। ਹਾਂਜੀ, ਜਗਤ ਆਪਣਾ ਰੂਪ ਪਛਾਨ। ਹਾਂ, ਇਹ ਜਗਤ ਵੀ ਆਪਣਾ ਹੀ ਆਤਮ ਰੂਪ ਹੀ ਹੈ। ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ। ਇਹਨੂੰ ਆਪਣੇ ਤੋਂ ਵੱਖਰਾ ਨਹੀਂ ਜਾਣਨਾ। ਫਿਰ ਸਰੀਰ ਵੀ ਬ੍ਰਹਮ ਰੂਪ ਹੀ ਹੋ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਖੇਡ ਬੜੀ ਅਗੰਮੀ ਖੇਡ ਹੈ। ਹਾਂਜੀ, ਬ੍ਰਹਮ ਸੋ ਦੀਸ ਹੈ ਬ੍ਰਹਮ ਸੋ ਸੁਣੀਐ। ਹਾਂ, ਉਹ ਅਵਸਥਾ ਆ ਗਈ ਬ੍ਰਹਮ ਦੀਸਾ ਹੈ ਬ੍ਰਹਮ ਸੁਣੀਏ। ਹਾਂਜੀ, ਤਿਸ ਬਿਨ ਊਨ ਨਹੀਂ ਕੋ ਥਾਂ। ਉਹ ਤੋਂ ਬਿਨਾਂ ਕੋਈ ਥਾਂ ਊਣੀ ਨਹੀਂ ਹੈ। ਜਾਗਤ ਸਪਤ ਉਠਤ ਔਰ ਬੈਠਤ। ਜਾਗਦਿਆਂ ਸੌਂਦਿਆਂ ਉੱਠਦਿਆਂ ਬਹਿੰਦਿਆਂ, ਫਿਰਤ ਸਥਿਤ ਇੱਕ ਰਸ ਬ੍ਰਿਤ ਠਾਂ। ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਬਿਰਤੀ ਇੱਕ ਰਸ ਬ੍ਰਹਮ ਵਿੱਚ ਰਹਿੰਦੀ ਹੈ। ਹਾਂਜੀ, ਦ੍ਰਿਗ ਉਗਾਰ ਕਰ ਅਨਜਬ ਲੋਕਿਆ। ਇਹ ਸੁਣ ਕੇ ਮਾਰ ਬਾਬਾ ਮਹਾਂਦੇਵ ਜੀ ਅੱਖਾਂ ਖੋਲੀਆਂ। ਗੁਰੂ ਅਰਜਨ ਸਾਹਿਬ ਸਾਹਮਣੇ ਬੈਠੇ ਛੋਟੇ ਭਰਾ। ਹਾਂਜੀ, ਮਹਿਮਾ ਮਹਾ ਜਾਨ ਸੁਖ ਪਾਏ। ਆਪਣੇ ਛੋਟੇ ਭਾਈ ਦੀ ਮਹਾਨ ਮਹਿਮਾ ਨੂੰ ਜਾਣ ਕੇ ਸੁਖੀ ਹੋ ਗਏ ਬਾਬਾ ਜੀ। ਨਿਸ ਬਾਸੁਰ ਕੀ ਮਹਾ ਸਮਾਧੀ। ਹੁਣ ਮਹਾ ਸਮਾਧੀ ਲੱਗੀ ਦਿਨ ਰਾਤ ਦੀ, ਜਿਹੜੀ ਟੁੱਟਦੀ ਨਹੀਂ, ਅਖੰਡ ਸਮਾਧੀ। ਸੌਂਦਿਆਂ ਵੀ ਜਾਗਦਿਆਂ ਵੀ ਸਮਾਧੀ ਟੁੱਟਦੀ ਨਹੀਂ। ਹਾਂਜੀ, ਸਭ ਜਾਣੀ ਇੱਕ ਰਸ ਪਾਏ। ਸਭ ਇੱਕ ਰਸ ਜਾਣ ਲਿਆ, ਅੰਦਰ ਬਾਹਰ ਸੋ ਅੰਤਰ ਸੋ ਬਾਹਰ ਅਨੰਤ। ਹਾਂਜੀ, ਇੱਕ ਆਤਮਾ ਪੂਰਨ ਨਭ ਸਮ। ਇੱਕ ਆਤਮਾ ਪੂਰਨ ਹੈ ਆਕਾਸ਼ ਦੀ ਤਰ੍ਹਾਂ ਸਰਬੱਤਰ ਵਿਆਪਕ। ਅੰਤਰ ਬਹਿਰ ਬ੍ਰਹਮ ਦ੍ਰਿਸ਼ਟਾ। ਘੜੇ ਵਿੱਚ ਵੀ ਆਕਾਸ਼ ਹੈ, ਕਮਰੇ ਵਿੱਚ ਵੀ ਆਕਾਸ਼ ਹੈ, ਮਹਾ ਆਕਾਸ਼ ਹੈ। ਸਾਰਿਆਂ ਵਿੱਚ ਚੀਟੀ ਤੇ ਕੁੰਜਰ ਸਤੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਘਟ ਫੂਟੇ ਤੇ ਉਹੀ ਆਕਾਸ਼, ਘੜਾ ਟੁੱਟ ਗਿਆ ਫਿਰ ਵੀ ਆਕਾਸ਼। ਬ੍ਰਹਮੀ ਰੂਪ ਜਾਣ ਲਿਆ ਹੈ। ਨਮਸਕਾਰ ਅਰ ਕਰ ਉਠਤ ਭਇਓ ਤਬ। ਬਾਬਾ ਮਹਾਂਦੇਵ ਜੀ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰਕੇ ਉੱਠੇ ਨੇ। ਕਹਾਂ ਭਇਓ ਇਹ ਚਿਤ ਬਿਸਮਾਏ। ਤੇ ਹੈਰਾਨ ਹਨ ਵੀ ਅੱਜ ਮੈਨੂੰ ਹੋ ਕੀ ਗਿਆ ਹੈ, ਕਿਹੜੀ ਅਵਸਥਾ ਹੈ। ਇਹ ਹੈ ਬ੍ਰਹਮ ਗਿਆਨ ਦੀ ਅਵਸਥਾ, ਪੂਰਨ ਤਤ ਬੇਦਿਆਂ ਦੀ ਅਵਸਥਾ, ਜੋ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੇ ਵੱਡੇ ਭਾਈ ਬਾਬਾ ਮਹਾਂਦੇਵ ਜੀ ਨੂੰ ਬਖਸ਼ੀ। ਕੁਝ ਦਿਨ ਬਾਅਦ ਬਾਬਾ ਜੀ ਸੱਚਖੰਡ ਗਮਨ ਕਰਨਗੇ। ਉਹ ਕਥਾ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।